ओशो की पुस्तक है एक ओंकार सतनाम। अगला हिस्सा। गुरु दे कोल आउण दा अर्थ है कि मैं फैसला कर करके थक गया। फैसला मेरे कोलों नहीं हुंदा। गुरु दे कोल आउण दा अर्थ है कि मैं थक गया, मैं कुछ भी सोच नहीं सकदा। गुरु दे कोल आउण दा अर्थ है कि मैं अपने आप तो परेशान हो गया ते मैं अपने आप नूं छड्डण आया। ਇਹਨੂੰ ਸੰਖੇਪ 'ਚ ਕਰੀਏ ਤਾਂ ਸ਼ਰਧਾ ਹੈ। ਗੁਰੂ ਦੇ ਕੋਲ ਤੁਸੀਂ ਤਦ ਆ ਸਕਦੇ ਹੋ ਜਦੋਂ ਤੁਸੀਂ ਆਪਣੇ ਕੋਲੋਂ ਚੰਗੀ ਤਰ੍ਹਾਂ ਪਰੇਸ਼ਾਨ ਹੋ ਗਏ ਹੋਵੋ। ਜੇਕਰ ਤੁਸੀਂ ਅਜੇ ਵੀ ਸਮਝਦੇ ਹੋ ਕਿ ਤੁਸੀਂ ਸਮਝਦਾਰ ਹੋ ਤਾਂ ਗੁਰੂ ਦੇ ਕੋਲ ਆਉਣ ਦਾ ਕੋਈ ਅਰਥ ਨਹੀਂ। ਅਜੇ ਤੁਸੀਂ ਹੀ ਆਪਣੇ ਗੁਰੂ ਹੋ। ਅਜੇ ਕੁਝ ਦਿਨ ਹੋਰ ਭਟਕੋ, ਅਜੇ ਕੁਝ ਦਿਨ ਹੋਰ ਤਕਲੀਫ ਝੱਲੋ, ਅਜੇ ਸ਼ੱਕ ਕਰਕੇ ਕੁਝ ਹੋਰ ਪੀੜ ਇਕੱਠੀ ਕਰੋ। ਤੁਹਾਨੂੰ ਪਕਾਉਣ ਲਈ ਅਜੇ ਹੋਰ ਸੰਤਾਪ ਜ਼ਰੂਰੀ ਹੈ, ਪਰ ਜਿਸ ਦਿਨ ਤੁਸੀਂ ਆਪਣੇ ਕੋਲੋਂ ਅੱਕ ਜਾਓਗੇ ਉਸੇ ਦਿਨ ਗੁਰੂ ਕੋਲ ਆਉਣਾ ਕੱਚੇ ਆਉਣ ਨਾਲ ਕੋਈ ਸਾਰ ਨਹੀਂ। ਇਸ ਲਈ ਬੜੀ ਔਖਿਆਈ ਹੁੰਦੀ ਹੈ। ਲੋਕ ਗੁਰੂ ਦੇ ਕੋਲ ਚਲੇ ਜਾਂਦੇ ਹਨ ਤੇ ਤਿਆਰ ਨਹੀਂ ਹੁੰਦੇ। ਤਿਆਰੀ ਦਾ ਮਤਲਬ ਹੈ ਕਿ ਅਜੇ ਉਹ ਆਪਣੇ ਉੱਤੇ ਭਰੋਸਾ ਕਰਦੇ ਹਨ ਤਾਂ ਗੁਰੂ ਜੋ ਕਹੇਗਾ ਉਹਦੇ ਬਾਰੇ ਸੋਚਣਗੇ ਕੀ ਸਹੀ ਕੀ ਗਲਤ, ਉਸ ਵਿੱਚੋਂ ਚੁਣਨਗੇ। ਜੋ ਜਚੇਗਾ ਉਹ ਮੰਨਣਗੇ, ਜਿਹੜਾ ਨਹੀਂ ਜਚੇਗਾ ਉਹ ਨਹੀਂ ਮੰਨਣਗੇ। ਤਾਂ ਤੁਸੀਂ ਆਪਣੀ ਹੀ ਮੰਨ ਰਹੇ ਹੋ। ਇਹਨੂੰ ਸ਼ਰਧਾ ਨਾ ਕਹਿਣਾ, ਇਹਨੂੰ ਸਮਰਪਣ ਵੀ ਨਾ ਸਮਝਣਾ। ਤੁਸੀਂ ਕੁਝ ਵੀ ਛੱਡਿਆ ਨਹੀਂ ਹੈ। ਗੁਰੂ ਦੇ ਕੋਲ ਜਾਣ ਦਾ ਤਾਂ ਇੱਕ ਹੀ ਰਾਜ਼ ਹੈ ਕਿ ਤੁਸੀਂ ਆਪਣੇ ਆਪ ਨੂੰ ਛੱਡ ਕੇ ਜਾਣਾ। ਫਿਰ ਉਹ ਜੋ ਕਹਿ ਰਿਹਾ ਹੈ ਸਹੀ ਹੈ। ਫਿਰ ਤੁਹਾਨੂੰ ਫੈਸਲਾ ਕਰਨ ਲਈ ਕੁਝ ਵੀ ਨਹੀਂ ਬਚਦਾ। ਤਦ ਤੁਸੀਂ ਉਹਦੀ ਸਿੱਖਿਆ ਸੁਣ ਸਕੋਗੇ, ਕਿਉਂਕਿ ਅਜੇ ਪੂਰਨ ਹਿਰਦੇ ਨਾਲ ਹੀ ਉਹਦੀ ਸਿੱਖਿਆ ਸੁਣੀ ਜਾ ਸਕਦੀ ਹੈ। ਤਦ ਤੁਸੀਂ ਸਿੱਖ ਹੋ ਸਕੋਗੇ। ਜਿਹਨੇ ਸਿੱਖਿਆ ਸੁਣੀ ਉਹ ਸਿੱਖ ਹੋਇਆ। ਸਿੱਖ ਸ਼ਬਦ ਬੜਾ ਪਿਆਰਾ ਹੈ। ਉਹ ਸੰਸਕ੍ਰਿਤ ਦੇ ਸ਼ਿਸ਼ਯ ਤੋਂ ਬਣਿਆ ਹੈ। ਜਿਹੜਾ ਸਿੱਖਣ ਲਈ ਤਿਆਰ ਹੈ ਉਹ ਸਿੱਖ, ਜਿਹੜਾ ਸਿੱਖਿਆ ਸੁਣਨ ਲਈ ਤਿਆਰ ਹੈ ਉਹ ਸਿੱਖ, ਜਿਹੜਾ ਅਜੇ ਆਪਣੀ ਆਕੜ ਨਾਲ ਜੀ ਰਿਹਾ ਹੈ, ਜਿਹੜਾ ਅਜੇ ਸਿੱਖਣ ਲਈ ਤਿਆਰ ਨਹੀਂ ਉਹ ਸਿੱਖ ਨਹੀਂ ਹੈ। ਤੁਸੀਂ ਕੱਪੜੇ ਪਾ ਸਕਦੇ ਹੋ ਸਿੱਖ ਦੇ, ਉਹਦੇ ਨਾਲ ਕੁਝ ਹੱਲ ਨਹੀਂ ਹੁੰਦਾ। ਤੁਸੀਂ ਸਿੱਖ ਦਾ ਭੇਸ ਬਣਾ ਸਕਦੇ ਹੋ, ਉਹਦੇ ਨਾਲ ਵੀ ਕੁਝ ਹੱਲ ਨਹੀਂ ਹੁੰਦਾ, ਕਿਉਂਕਿ ਸਿੱਖ ਹੋਣਾ ਇੱਕ ਹਾਰਦਿਕ ਘਟਨਾ ਹੈ। ਕਹਿੰਦੇ ਹਨ ਨਾਨਕ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਹੋਰ ਹਜ਼ਾਰਾਂ ਗੱਲਾਂ ਸੁਣਨ ਨਾਲ ਕੁਝ ਨਹੀਂ ਹੁੰਦਾ, ਇੱਕੋ ਹੀ ਸੁਣਨ ਨਾਲ ਸਭ ਹੋ ਜਾਂਦਾ ਹੈ। ਤੇ ਤੁਸੀਂ ਕਿੰਨਾ ਸੁਣ ਚੁੱਕੇ ਹੋਵੋ ਫਿਰ ਵੀ ਕੁਝ ਨਹੀਂ ਹੁੰਦਾ, ਕਿੰਨਾ ਪੜ੍ਹ ਚੁੱਕੇ ਹੋਵੋ ਫਿਰ ਵੀ ਕੁਝ ਨਹੀਂ ਹੁੰਦਾ। ਕਾਰਨ ਸਾਫ਼ ਹੈ, ਤੁਸੀਂ ਸੁਣਿਆ ਹੀ ਨਹੀਂ ਜਿੱਥੋਂ ਸੁਣਨਾ ਚਾਹੀਦਾ ਸੀ। ਦੋ ਰਾਹ ਹਨ ਸੁਣਨ ਦੇ। ਇੱਕ ਰਾਹ ਹੈ ਬੁੱਧੀ ਦਾ। ਜਦ ਬੁੱਧੀ ਸੁਣਦੀ ਹੈ ਤਾਂ ਬੁੱਧੀ ਹਮੇਸ਼ਾ ਦੋਹਰੇਪਨ ਨਾਲ ਸੁਣਦੀ ਹੈ, ਸੋਚਦੀ ਹੈ ਠੀਕ ਜਾਂ ਗਲਤ, ਸਹੀ ਜਾਂ ਨਾ ਸਹੀ, ਮੰਨਾਂ ਜਾਂ ਨਾ ਮੰਨਾਂ। ਬੁੱਧੀ ਕਦੇ ਹੰਕਾਰ ਤੋਂ ਪਾਰ ਨਹੀਂ ਜਾਂਦੀ। ਬੁੱਧੀ ਹਿਰਦੇ ਨੂੰ ਤਾਂ ਪਾਗਲ ਮੰਨਦੀ ਹੈ, ਬੁੱਧੀ ਹਿਰਦੇ ਦਾ ਭਰੋਸਾ ਨਹੀਂ ਕਰਦੀ। ਇਸ ਲਈ ਤਾਂ ਤੁਸੀਂ ਸਾਰਿਆਂ ਨੇ ਹਿਰਦੇ ਨੂੰ ਮਾਰ ਸੁੱਟਿਆ ਹੈ, ਕਿਉਂਕਿ ਹਿਰਦੇ ਦਾ ਭਰੋਸਾ ਨਹੀਂ ਕਦੋਂ ਕਿਹੜਾ ਕੰਮ ਕਰਵਾ ਦੇਵੇ ਜਿਹੜਾ ਕਿ ਪਿੱਛੋਂ ਮਹਿੰਗਾ ਪਵੇ। ਰਾਹ ਤੋਂ ਨਿਕਲਦੇ ਹੋ, ਭੁੱਖੇ ਨੂੰ ਵੇਖ ਕੇ ਹਿਰਦਾ ਕਹਿੰਦਾ ਦੇ ਦਿਓ। ਬੁੱਧੀ ਕਹਿੰਦੀ ਹੈ ਰੁਕੋ, ਪਹਿਲਾਂ ਪੱਕਾ ਪਤਾ ਕਰ ਲਓ ਕਿ ਇਹ ਆਦਮੀ ਧੋਖਾ ਤੇ ਨਹੀਂ ਦੇ ਰਿਹਾ, ਇਹ ਕੋਈ ਪੇਸ਼ਾਵਰ ਭਿੱਖ ਮੰਗਾ ਤਾਂ ਨਹੀਂ, ਤੇ ਇਹ ਵੀ ਤਾਂ ਵੇਖੋ ਕਿ ਇਹ ਚੰਗਾ ਭਲਾ ਹੈ, ਕਮਾਉਂਦਾ ਕਿਉਂ ਨਹੀਂ। ਬੁੱਧੀ ਹਜ਼ਾਰ ਗੱਲਾਂ ਕਹੇਗੀ। ਹਿਰਦੇ 'ਚ ਇੱਕ ਭਾਵ ਉੱਠਿਆ, ਬੁੱਧੀ ਉਹਨੂੰ ਦਬਾ ਦੇਗੀ। ਪਿਆਰ ਉਭਰੇਗਾ, ਬੁੱਧੀ ਕਹੇਗੀ ਰਾਹ ਖਤਰਨਾਕ ਹੈ, ਪਿਆਰ ਅੰਨਾ ਹੈ, ਕਿੱਥੇ ਜਾਂਦੇ ਹੋ। ਅੱਖੀਂ ਵੇਖ ਕੇ ਚੱਲੋ, ਹੋਸ਼ ਸੰਭਾਲ ਕੇ ਚੱਲੋ। ਪਿਆਰ ਨੇ ਕਈਆਂ ਨੂੰ ਬਰਬਾਦ ਕੀਤਾ ਹੈ। ਬੁੱਧੀ ਦਾ ਰਾਹ ਰਾਜ ਪਥ ਦੀ ਤਰ੍ਹਾਂ ਸਾਫ਼ ਸੁਥਰਾ ਹੈ। ਪ੍ਰੇਮ ਦਾ ਰਾਹ ਪਗਡੰਡੀ ਦੀ ਤਰ੍ਹਾਂ ਹੈ, ਜੰਗਲਾਂ 'ਚ ਭਟਕ ਜਾਂਦੀ ਹੈ। ਕਿੱਥੇ ਜਾ ਰਹੇ ਹੋ। ਰਾਹ ਤੋਂ ਨਾ ਉਤਰੋ। ਜਿੱਥੇ ਭੀੜ ਟੁਰ ਰਹੀ ਹੈ ਉੱਥੇ ਹੀ ਟੁਰੋ, ਜਿੱਥੇ ਸਾਰੇ ਹਨ ਉੱਥੇ ਹੀ ਠੀਕ ਹੈ। ਇਕੱਲੇ ਕਿੱਥੇ ਜਾਂਦੇ ਹੋ। ਪ੍ਰੇਮ ਇਕੱਲੇ ਦਾ ਰਾਹ ਹੈ। ਇਸ ਲਈ ਤਾਂ ਪ੍ਰੇਮ ਇਕੱਲਾਪਨ ਚਾਹੁੰਦਾ ਹੈ, ਇਕਾਂਤ ਚਾਹੁੰਦਾ ਹੈ। ਪ੍ਰੇਮ ਕਹੇਗਾ ਦੇ ਦਿਓ,
ਬੁੱਧੀ ਕਹੇਗੀ ਪਹਿਲਾਂ ਸੋਚੋ, ਵਿਚਾਰੋ, ਸਭ ਪਤਾ ਕਰ ਲਓ, ਫਿਰ ਦੇਣਾ। ਤਾਂ ਤੁਸੀਂ ਕਦੇ ਵੀ ਨਾ ਦੇ ਸਕੋਗੇ। ਪ੍ਰੇਮ ਕਹਿੰਦਾ ਸਮਰਪਣ ਕਰ ਦਿਓ, ਕਿਸੇ ਦੇ ਚਰਨਾਂ 'ਚ ਸਿਰ ਰੱਖ ਦਿਓ ਤੇ ਛੱਡ ਦਿਓ ਆਪਣੇ ਆਪ ਨੂੰ। ਬੁੱਧੀ ਕਹੇਗੀ ਇੱਦਾਂ ਕਿਵੇਂ ਚੱਲੇਗਾ, ਦੁਨੀਆ 'ਚ ਬੜੀ ਧੋਖੇਬਾਜ਼ੀ ਹੈ। ਸ਼ਰਧਾ ਦੇ ਨਾਂ 'ਤੇ ਪਤਾ ਨਹੀਂ ਕਿੰਨੇ ਲੋਕ ਲੁੱਟ ਰਹੇ ਹਨ। ਪਰ ਤੁਹਾਡੇ ਕੋਲ ਹੈ ਕੀ ਜਿਹੜਾ ਲੁੱਟਿਆ ਜਾਏਗਾ? ਤੁਹਾਡੇ ਕੋਲ ਹੈ ਕੀ ਜੋ ਤੁਸੀਂ ਦੇ ਦਿਓਗੇ ਤੇ ਮੁੱਕ ਜਾਏਗਾ? ਸਿਵਾਏ ਦੀਨ ਦਰਿਦਰਤਾ ਦੇ ਤੁਹਾਡੇ ਅੰਦਰ ਕੁਝ ਵੀ ਨਹੀਂ, ਪਰ ਉਹਨੂੰ ਵੀ ਬਚਾ ਕੇ ਰੱਖ ਦਿਓ। ਅਤੇ ਬੁੱਧੀ ਦੀ ਸੁਣ ਕੇ ਜੀਓਗੇ ਤਾਂ ਹੌਲੀ ਹੌਲੀ ਹਿਰਦਾ ਸੁੰਗੜਦਾ ਜਾਂਦਾ ਹੈ, ਹਿਰਦਾ ਹੌਲੀ ਹੌਲੀ ਟੁੱਟ ਹੀ ਜਾਂਦਾ ਹੈ। ਇੰਨਾ ਫਾਸਲਾ ਹੋ ਜਾਂਦਾ ਹੈ ਕਿ ਹਿਰਦੇ ਦੀ ਖਬਰ ਹੀ ਤੁਹਾਡੇ ਤੱਕ ਨਹੀਂ ਪਹੁੰਚਦੀ। ਬੁੱਧੀ ਵਿਚਾਲੇ ਇੰਨੇ ਦਰਵਾਜ਼ੇ ਲਾ ਦਿੰਦੀ ਹੈ, ਫਿਰ ਤੁਸੀਂ ਪ੍ਰੇਮ ਵੀ ਕਰਦੇ ਹੋ ਤਾਂ ਬੁੱਧੀ ਨਾਲ ਹੀ ਕਰਦੇ ਹੋ। ਤੁਸੀਂ ਕਦੇ ਖਿਆਲ ਕੀਤਾ ਤੁਹਾਡਾ ਪ੍ਰੇਮ ਵੀ ਖੋਪੜੀ ਤੋਂ ਆਉਂਦਾ ਹੈ, ਹਿਰਦੇ ਤੋਂ ਨਹੀਂ। ਤੁਸੀਂ ਭਾਵੇਂ ਕਹੋ ਕਿ ਮੈਂ ਬੜੇ ਹਿਰਦੇ ਤੋਂ ਪ੍ਰੇਮ ਕਰਦਾ, ਪਰ ਇਹ ਸ਼ਬਦ ਵੀ ਬੁੱਧੀ ਤੋਂ ਹੀ ਆਉਂਦੇ ਹਨ। ਤੁਸੀਂ ਆਪਣੇ ਹਿਰਦੇ ਦੀ ਜਾਂਚ ਪੜਤਾਲ ਕਰੋਗੇ ਤਾਂ ਉੱਥੇ ਕੁਝ ਹੁੰਦਾ ਮਾਲੂਮ ਨਹੀਂ ਹੋਏਗਾ। ਉੱਥੇ ਨਾ ਕੋਈ ਪੁਲਕ ਹੈ, ਨਾ ਕੋਈ ਨਾਚ ਹੈ, ਨਾ ਕੋਈ ਸੰਗੀਤ ਹੈ, ਉੱਥੇ ਕੋਈ ਕੰਪਨ ਵੀ ਨਹੀਂ ਹੈ। ਗੁਰੂ ਦੀ ਸਿੱਖਿਆ ਤਾਂ ਹਿਰਦੇ ਨਾਲ ਸੁਣੀ ਜਾ ਸਕਦੀ ਹੈ। ਕਬੀਰ ਨੇ ਕਿਹਾ, ਜਿਹੜਾ ਸਿਰ ਨੂੰ ਵੱਢ ਕੇ ਜ਼ਮੀਨ ਉੱਤੇ ਰੱਖ ਦੇਵੇ, ਟੁਰੇ ਸਾਡੇ ਨਾਲ। ਕਿਹੜੇ ਸਿਰ ਦੀ ਗੱਲ ਕਰ ਰਹੇ ਹੋ? ਇਸ ਸਿਰ ਨੂੰ ਛੱਡਣ ਨਾਲ ਕੁਝ ਨਹੀਂ ਹੋਏਗਾ। ਬੋਧੀ ਧਰਮ ਇੱਕ ਬਹੁਤ ਫਕੀਰ ਹੋਇਆ, ਉਹ ਚੀਨ ਗਿਆ। ਬੜਾ ਅਜੀਬ ਆਦਮੀ ਸੀ। ਉਹ ਕੰਧ ਵੱਲ ਮੂੰਹ ਕਰਕੇ ਬੈਠਾ ਸੀ, ਲੋਕਾਂ ਵੱਲ ਪਿੱਠ। ਉਹ ਕਹਿੰਦਾ ਸੀ ਜਦ ਕੋਈ ਸ਼ਿਸ਼ ਆਏਗਾ ਤਾਂ ਉਸਦੇ ਵੱਲ ਮੂੰਹ ਕਰ ਲਵਾਂਗਾ। ਤੁਹਾਡੇ ਨਾਲ ਕੀ ਗੱਲ ਕਰਨੀ? ਤੁਹਾਡੇ ਨਾਲ ਗੱਲ ਕਰਨੀ ਜਾਂ ਕੰਧ ਨਾਲ ਗੱਲ ਕਰਨੀ ਬਰਾਬਰ ਹੈ। ਫਿਰ ਇੱਕ ਆਦਮੀ ਆਇਆ, ਹੁਈਨੇਂਗ। ਉਹ 24 ਘੰਟੇ ਪਿੱਛੇ ਖੜਾ ਰਿਹਾ। ਫਿਰ ਉਹਨੇ ਕਿਹਾ, ਬੋਧੀ ਧਰਮ ਇਸ ਪਾਸੇ ਸਿਰ ਕਰੋ। ਬੋਧੀ ਧਰਮ ਚੁੱਪ ਰਿਹਾ ਤਾਂ ਉਹਨੇ ਹੱਥ ਵੱਢ ਕੇ ਬੋਧੀ ਧਰਮ ਨੂੰ ਭੇਟ ਕੀਤਾ ਤੇ ਉਹਨੇ ਕਿਹਾ, ਜੇਕਰ ਦੇਰ ਕੀਤੀ ਤਾਂ ਸਿਰ ਵੱਢ ਕੇ ਰੱਖ ਦਿਆਂਗਾ। ਬੋਧੀ ਧਰਮ ਨੇ ਕਿਹਾ, ਇਸ ਸਿਰ ਨੂੰ ਵੱਢਣ ਨਾਲ ਕੁਝ ਨਹੀਂ ਹੋਏਗਾ, ਜੇਕਰ ਉਸ ਸਿਰ ਨੂੰ ਵੱਢਣ ਦੀ ਤਿਆਰੀ ਹੋਵੇ। ਹੁਈਨੇਂਗ ਨੇ ਕਿਹਾ ਕਿ ਸਾਰੀ ਤਿਆਰੀ ਕਰਕੇ ਆਇਆ, ਜੋ ਕਹੋ ਉਹੀ ਕਰਨ ਨੂੰ ਤਿਆਰ ਆ। 9 ਸਾਲਾਂ 'ਚ ਪਹਿਲੀ ਵਾਰ ਬੋਧੀ ਧਰਮ ਨੇ ਕਿਸੇ ਮਨੁੱਖ ਦੇ ਵੱਲ ਮੂੰਹ ਕੀਤਾ। ਹੁਈਨੇਂਗ ਉਹਦਾ ਉੱਤਰਾਧਿਕਾਰੀ ਹੋਇਆ, ਪਰ ਉਹਨੇ ਪਹਿਲਾਂ ਪੁੱਛਿਆ ਕਿ ਇਸ ਸਿਰ ਨੂੰ ਵੱਢਣ ਨਾਲ ਕੁਝ ਵੀ ਨਹੀਂ ਹੋਏਗਾ। ਉਸ ਸਿਰ ਨੂੰ, ਉਹ ਕਿਹੜਾ ਸਿਰ ਹੈ? ਉਹ ਜਿਹੜਾ ਮੋਹ ਹੈ, ਹੰਕਾਰ ਹੈ, ਮੈਂ ਹਾਂ, ਮੈਂ ਹੀ ਫੈਸਲਾਕਾਰ ਹਾਂ। ਤਾਂ ਤੁਸੀਂ ਸ਼ਿਸ਼ ਨਹੀਂ ਹੋ ਸਕੋਗੇ, ਤਾਂ ਤੁਸੀਂ ਸਿੱਖਿਆ ਨਹੀਂ ਸੁਣ ਸਕੋਗੇ। ਹੋਰ ਗੁਰੂ ਦੀ ਜੋ ਇੱਕ ਸਿੱਖਿਆ ਸੁਣ ਲੈਂਦਾ ਹੈ, ਉਹਦੀ ਮੱਤ ਮਾਣਕ ਵਰਗੀ ਹੋ ਜਾਂਦੀ ਹੈ। ਉਹਦੀ ਚੇਤਨਾ ਇੱਕ ਸਵੱਛਤਾ ਨੂੰ ਪ੍ਰਾਪਤ ਹੋ ਜਾਂਦੀ ਹੈ। ਉਹ ਆਰ ਪਾਰ ਵੇਖਣ ਲੱਗਦਾ ਹੈ, ਵਿਚਾਰ ਉੱਥੋਂ ਹਟ ਜਾਂਦੇ ਹਨ, ਕਿਉਂਕਿ ਹਿਰਦੇ ਵਿੱਚ ਕੋਈ ਵਿਚਾਰ ਨਹੀਂ ਹੈ। ਬੁੱਧੀ ਉੱਥੋਂ ਬਹੁਤ ਦੂਰ ਚਲੀ ਜਾਂਦੀ ਹੈ। ਬੁੱਧੀ ਦਾ ਸਾਰਾ ਧੂੰਆਂ ਉੱਥੋਂ ਉੱਡ ਜਾਂਦਾ ਹੈ। ਇੱਕ ਸਵੱਛਤਾ, ਇੱਕ ਤਾਜ਼ਗੀ, ਤੇ ਉਹੀ ਤਾਜ਼ਗੀ ਗੰਗਾ ਇਸ਼ਨਾਨ ਹੈ। ਨਾਨਕ ਠੀਕ ਕਹਿੰਦੇ ਹਨ, ਜੇ ਮੈਂ ਉਸਨੂੰ ਭਾ ਗਿਆ ਤਾਂ ਮੈਂ ਤੀਰਥਾਂ ਦੇ ਇਸ਼ਨਾਨ ਕਰ ਲਿਆ। ਜੇਕਰ ਮੈਂ ਉਹਨੂੰ ਨਾ ਪਾਇਆ ਤਾਂ ਨਹਾ ਧੋ ਕੇ ਵੀ ਕੀ ਕਰਾਂਗਾ। ਇਹ ਹੈ ਇੱਕ ਅੰਦਰ ਦਾ ਇਸ਼ਨਾਨ, ਜਿੱਥੇ ਜੀਵਨ ਸੁੱਚਾ, ਚੇਤਨਾ ਸੁੱਚੀ ਹੋ ਜਾਂਦੀ ਹੈ, ਜਿੱਥੇ ਤੁਸੀਂ ਸੋਚਦੇ ਨਹੀਂ, ਜਿੱਥੇ ਤੁਸੀਂ ਸਿਰ ਨੂੰ ਲਾ ਕੇ ਰੱਖ ਦਿੰਦੇ ਹੋ। ਸਿਰ ਹੈ ਵੀ ਉਧਾਰ। ਹਿਰਦਾ ਤਾਂ ਤੁਸੀਂ ਸੰਸਾਰ 'ਚ ਲੈ ਕੇ ਆਏ ਸੀ, ਸਿਰ ਸੰਸਾਰ ਨੇ ਦਿੱਤਾ ਹੈ। ਜਦ ਤੁਸੀਂ ਪੈਦਾ ਹੋਏ ਸੀ ਤਦ ਤੁਸੀਂ ਹਿਰਦਾ ਸੀ, ਤਦ ਤੁਹਾਡੇ ਕੋਲ ਸਿਰ ਬਿਲਕੁਲ ਨਹੀਂ ਸੀ, ਅੰਦਰ ਕੋਈ ਵਿਚਾਰ ਨਹੀਂ ਸਨ, ਆਕਾਸ਼ ਖਾਲੀ ਤੇ ਕੋਰਾ ਸੀ, ਨਿਰਦੋਸ਼ ਸੀ। ਫਿਰ ਇੱਕ ਇੱਕ ਕਰਕੇ ਵਿਚਾਰ ਤੇ ਸ਼ਬਦ ਤੁਹਾਨੂੰ ਦਿੱਤੇ ਗਏ। ਫਿਰ ਸਮਾਜ ਨੇ ਤੁਹਾਨੂੰ ਸਿਖਾਇਆ, ਫਿਰ ਸਮਾਜ ਨੇ ਤੁਹਾਨੂੰ ਸੰਸਕਾਰ ਦਿੱਤੇ, ਸੰਸਕਾਰਿਤ ਕੀਤਾ। ਫਿਰ ਸੰਸਕਾਰ ਪਾ ਕੇ ਤੁਹਾਡੀ ਬੁੱਧੀ ਨੂੰ ਤਿਆਰ ਕੀਤਾ। ਜਿਨ੍ਹਾਂ ਚੀਜ਼ਾਂ ਦੀ ਸੰਸਾਰ 'ਚ ਜ਼ਰੂਰਤ ਹੈ ਉਹਨਾਂ ਲਈ ਤਿਆਰ ਕੀਤਾ, ਤੇ ਜਿਨ੍ਹਾਂ ਚੀਜ਼ਾਂ ਤੋਂ ਸੰਸਾਰ 'ਚ ਖਤਰਾ ਹੈ ਉਹਨਾਂ ਨੂੰ ਦਬਾਇਆ।
ਤੁਹਾਡੇ ਅੰਦਰ ਇੱਕ ਦੁਵੈਤ ਦਾ ਨਿਰਮਾਣ ਹੋਇਆ ਤੇ ਹਿਰਦਾ ਤੇ ਬੁੱਧੀ ਵੱਖਰੀ ਵੱਖਰੀ ਟੁੱਟ ਗਈ। ਬੁੱਧੀ ਦਾ ਅਰਥ ਹੈ ਜੋ ਤੁਹਾਨੂੰ ਸਮਾਜ ਨੇ ਸਿਖਾਇਆ, ਉਹ ਤੁਸੀਂ ਲੈ ਕੇ ਨਹੀਂ ਸੀ ਆਏ। ਬੁੱਧੀ ਉਧਾਰ ਹੈ, ਸਿਰ ਦਿੱਤਾ ਹੋਇਆ ਹੈ। ਹਿਰਦਾ ਤੁਹਾਡਾ ਆਪਣਾ ਹੈ ਤੇ ਇਹੀ ਦੁਵਿਧਾ ਹੈ ਕਿ ਜੋ ਆਪਣਾ ਹੈ ਉਹ ਆਪਣਾ ਨਹੀਂ ਰਿਹਾ ਤੇ ਜਿਹੜਾ ਪਰਾਇਆ ਹੈ ਉਹ ਆਪਣਾ ਹੋ ਗਿਆ। ਜਿਹੜਾ ਉੱਪਰੋਂ ਥੋਪਿਆ ਗਿਆ ਉਹ ਤੁਹਾਡਾ ਕੇਂਦਰ ਬਣ ਗਿਆ ਤੇ ਤੁਹਾਡਾ ਕੇਂਦਰ ਤੁਹਾਨੂੰ ਬਿਲਕੁਲ ਹੀ ਭੁੱਲ ਗਿਆ ਹੈ। ਇਹਨੂੰ ਹਟਾ ਦਿਓ, ਤਾਂ ਹੀ ਤੁਸੀਂ ਸਿੱਖਿਆ ਸੁਣ ਸਕੋਗੇ। ਸਿੱਖਿਆ ਸੁਣਦੇ ਹੀ ਤੁਸੀਂ ਇੱਕੋ ਹੀ ਸਿੱਖਿਆ ਕਾਫੀ ਹੈ, ਕੋਈ ਹਜ਼ਾਰਾਂ ਦੀ ਜ਼ਰੂਰਤ ਨਹੀਂ। ਇੱਕ ਗੱਲ ਵੀ, ਇੱਕ ਗੁਰ ਵੀ ਕਾਫੀ ਹੈ ਤੇ ਉਹ ਗੁਰ ਕੀ ਹੈ? ਨਾਨਕ ਕਹਿੰਦੇ ਹਨ, ਇੱਕ ਗੁਰ ਨਾਲ ਸਭ ਹੱਲ ਹੋ ਜਾਂਦਾ ਹੈ ਕਿ ਸਾਰੇ ਪ੍ਰਾਣੀਆਂ ਦਾ ਦਾਤਾ ਇੱਕ ਹੈ, ਇਸ ਨੂੰ ਮੈਂ ਨਾ ਭੁੱਲਾਂ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਉਸ ਨੂੰ ਮੈਂ ਨਾ ਭੁੱਲਾਂ, ਇੰਨੀ ਸਿੱਖਿਆ ਕਾਫੀ ਹੈ। ਬਸ ਇਸ ਨੂੰ ਥੋੜਾ ਸਮਝੀਏ। ਸਮਰਨ ਤੇ ਵਿਸਮਰਨ ਦੋ ਸ਼ਬਦ ਗੌਰ ਨਾਲ ਸਮਝ ਲਓ। ਸਮਰਨ ਦਾ ਅਰਥ ਹੈ ਕਿ ਜਿਸ ਦੀ ਯਾਦ ਅੰਦਰ ਲਗਾਤਾਰ ਬਣੀ ਰਹੇ। ਤੁਸੀਂ ਕੁਝ ਵੀ ਕਰੋ, ਚਲੋ ਫਿਰੋ, ਉੱਠੋ ਬੈਠੋ, ਉਹਦੀ ਹਰ ਵੇਲੇ ਯਾਦ ਬਣੀ ਰਹੇ। ਜਿਵੇਂ ਇੱਕ ਗਰਭਵਤੀ ਇਸਤਰੀ ਹੁੰਦੀ ਹੈ, ਕੰਮ ਕਰਦੀ ਹੈ, ਖਾਣਾ ਬਣਾਉਂਦੀ ਹੈ, ਬਿਸਤਰ ਵਿਛਾਉਂਦੀ ਹੈ, ਪਰ ਪੂਰੇ ਵੇਲੇ ਗਰਭ ਦਾ ਸਮਰਨ ਬਣਿਆ ਰਹਿੰਦਾ ਹੈ। ਇੱਕ ਨਵਾਂ ਹਿਰਦਾ ਉਹਦੀ ਦੇਹ ਵਿੱਚ ਧੜਕਣਾ ਸ਼ੁਰੂ ਹੋਇਆ ਹੈ, ਇੱਕ ਨਵੇਂ ਜੀਵਨ ਦਾ ਅੰਕੁਰ ਫੁੱਟਿਆ ਹੈ, ਉਹਦੀ ਯਾਦ ਬਣੀ ਰਹਿੰਦੀ ਹੈ। ਗਰਭਵਤੀ ਇਸਤਰੀ ਚੱਲਦੀ ਹੋਰ ਢੰਗ ਨਾਲ ਹੈ। ਤੁਸੀਂ ਇਸਤਰੀ ਨੂੰ ਟੁਰਦੇ ਵੇਖ ਕੇ ਕਹਿ ਸਕਦੇ ਹੋ ਕਿ ਉਹ ਗਰਭਣੀ ਹੈ। ਉਹ ਟੁਰਦੇ ਵੇਲੇ ਗੱਲਾਂ ਵੀ ਕਰਦੀ ਰਹੇਗੀ ਤਾਂ ਵੀ ਇੱਕ ਸਮਰਨ ਅੰਦਰ ਬਣਿਆ ਰਹਿੰਦਾ ਹੈ। ਇੱਕ ਲਗਾਤਾਰ ਧਾਰ ਅੰਦਰ ਵਗ ਰਹੀ ਹੈ ਕਿ ਇੱਕ ਜੀਵਨ ਨੂੰ ਸੰਭਾਲਣਾ ਹੈ। ਸਮਰਨ ਦਾ ਅਰਥ ਹੈ ਕਿ ਉਹ ਕੋਈ ਵੱਖਰੀ ਕੋਸ਼ਿਸ਼ ਨਹੀਂ ਹੈ, ਕਿਉਂਕਿ ਜੇਕਰ ਵੱਖਰੀ ਕੋਸ਼ਿਸ਼ ਹੋਵੇ ਤਾਂ ਭੁੱਲ ਜਾਓਗੇ। ਖਾਣਾ ਬਣਾਓਗੇ, ਭੁੱਲ ਜਾਏਗਾ। ਬਾਜ਼ਾਰ 'ਚ ਦੁਕਾਨ 'ਤੇ ਸਮਾਨ ਵੇਚਣ ਜਾਓਗੇ, ਭੁੱਲ ਜਾਏਗਾ। ਕਿਸੇ ਨਾਲ ਗੱਲ ਕਰੋਗੇ, ਭੁੱਲ ਜਾਏਗਾ। ਤਾਂ ਜੇਕਰ ਤੁਸੀਂ ਅਜਿਹਾ ਰਾਮ 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 ਜਪਦੇ ਹੋ, ਉਹ ਸਿਮਰਨ ਨਹੀਂ ਹੈ, ਕਿਉਂਕਿ ਉਹਨੂੰ ਤੁਸੀਂ ਕਦੋਂ ਤੱਕ ਜਪੋਗੇ। ਹੋਰ ਜੇਕਰ ਉਹਨੂੰ ਨਾ ਭੁੱਲੇ, ਸੜਕ ਉੱਤੇ ਵੀ ਯਾਦ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਟਕਰਾ ਜਾਓਗੇ। ਕਿਸੇ ਦਾ ਭੌਂਪੂ ਵੱਜੇਗਾ, ਤੁਹਾਨੂੰ ਸੁਣਾਈ ਨਾ ਪਏਗਾ। ਜਿਹੜਾ ਸਮਰਨ ਤੁਸੀਂ ਕੋਸ਼ਿਸ਼ ਨਾਲ ਕਰੋਗੇ, ਜਿਹੜਾ ਤੁਹਾਡੀ ਬੁੱਧੀ 'ਚ ਗੂੰਜੇਗਾ, ਉਹ ਸਮਰਨ ਨਹੀਂ ਹੈ। ਜਿਹੜਾ ਤੁਹਾਡੇ ਰੋਮ ਰੋਮ 'ਚ ਸਮਾ ਜਾਵੇ, ਉਹਨੂੰ ਨਾਨਕ ਅਜੱਪਾ ਜਪ ਕਹਿੰਦੇ ਹਨ, ਜਿਹਨੂੰ ਜਪਣਾ ਵੀ ਨਾ ਪਵੇ, ਕਿਉਂਕਿ ਜਪਣਾ ਤਾਂ ਉੱਪਰ ਹੀ ਹੋਏਗਾ। ਜਿਹੜਾ ਤੁਹਾਡੇ ਰੋਮ ਰੋਮ 'ਚ ਸਮਾ ਜਾਵੇ, ਉੱਠੋ ਬੈਠੋ, ਟੁਰੋ ਫਿਰੋ, ਕੁਝ ਵੀ ਕਰੋ, ਜਿਸ ਦੀ ਯਾਦ ਬਣੀ ਰਹੇ, ਉਸ ਯਾਦ ਦਾ ਨਾਂ ਸਿਮਰਨ। ਉਹਨੂੰ ਨਾਨਕ ਕਬੀਰ ਸੁਰਤ ਕਹਿੰਦੇ ਹਨ। ਇਸ ਲਈ ਉਹਨਾਂ ਦਾ ਯੋਗ ਸੁਰਤ ਯੋਗ ਕਹਾਉਂਦਾ ਹੈ। ਸੁਰਤ ਦਾ ਅਰਥ ਹੈ ਸਮਰਨ, ਸਿਮਰਤ। ਤੇ ਹੋਰ ਇੱਕ ਦਸ਼ਾ ਹੈ ਵਿਸਮਰਨ ਦੀ, ਵਿਸਮਰਤੀ, ਕਿ ਤੁਹਾਨੂੰ ਸਭ ਤਾਂ ਚੇਤੇ ਹੈ, ਇੱਕ ਗੱਲ ਤੁਹਾਨੂੰ ਬਿਲਕੁਲ ਭੁੱਲ ਗਈ ਹੈ ਕਿ ਤੁਸੀਂ ਕੌਣ ਹੋ। ਤੇ ਜਿਹਨੂੰ ਇਹ ਵੀ ਭੁੱਲ ਗਿਆ ਕਿ ਮੈਂ ਕੌਣ ਹਾਂ, ਉਹਨੂੰ ਕਿਵੇਂ ਚੇਤਾ ਆ ਸਕਦਾ ਹੈ ਕਿ ਕੁਦਰਤ ਕੀ ਹੈ। ਗੁਰਜੀਏਫ ਨੇ ਪੱਛਮ ਵਿੱਚ ਇਸ ਸਦੀ 'ਚ ਸੈਲਫ ਰਿਮੈਂਬਰਿੰਗ ਸੁਰਤ ਉੱਤੇ ਬੜੀ ਮਿਹਨਤ ਕੀਤੀ। ਗੁਰਜੀਏਫ ਦੀ ਪੂਰੀ ਵਿਧੀ ਇਹ ਸੀ ਕਿ ਤੁਸੀਂ 24 ਘੰਟੇ ਸਮਰਨ ਰੱਖੋ ਕਿ ਮੈਂ ਹਾਂ। ਸਿਰਫ ਇਹ ਸਮਰਨ ਕਿ ਮੈਂ ਹਾਂ। ਜੇਕਰ ਇਹ ਸਮਰਨ ਗਹਿਰਾ ਹੁੰਦਾ ਜਾਏ ਤਾਂ ਤੁਹਾਡੇ ਅੰਦਰ ਇੱਕ ਕੇਂਦਰ ਦੀ ਰਚਨਾ ਹੁੰਦੀ ਹੈ, ਇੱਕ ਕ੍ਰਿਸਟਲਾਈਜੇਸ਼ਨ ਹੁੰਦਾ ਹੈ। ਤੁਹਾਡੇ ਅੰਦਰ ਕੋਈ ਚੀਜ਼ ਗਹਿਰੀ ਹੋ ਜਾਂਦੀ ਹੈ, ਮਜ਼ਬੂਤ ਹੋ ਜਾਂਦੀ ਹੈ। ਲਗਾਤਾਰ ਸੱਟ ਪੈਣ ਨਾਲ ਤੁਹਾਡੇ ਅੰਦਰ ਇੱਕ ਸੰਗਠਿਤ ਤੱਤਵ ਦਾ ਉਦੈ ਹੁੰਦਾ ਹੈ। ਪਰ ਗੁਰਜੀਏਫ ਦੀ ਵਿਧੀ 'ਚ ਇੱਕ ਖਤਰਾ ਹੈ। ਉਹ ਖਤਰਾ ਮਹਾਵੀਰ ਦੀ ਵਿਧੀ 'ਚ ਵੀ ਹੈ, ਉਹ ਖਤਰਾ ਪਤੰਜਲੀ ਦੇ ਯੋਗ 'ਚ ਵੀ ਹੈ। ਤੇ ਉਹ ਖਤਰਾ ਇਹ ਹੈ ਕਿ ਕਿਤੇ ਤੁਸੀਂ ਇਸ ਸੰਗ੍ਰਹਿਤ ਤੱਤਵ ਨੂੰ ਹੰਕਾਰ ਦੇ ਨਾਲ ਨਾ ਜੋੜ ਦਿਓ, ਕਿਉਂਕਿ ਬਹੁਤ ਨੇੜੇ ਹੈ। ਇੱਕ ਜਿਸ ਨੂੰ ਗੁਰਜੀਏਫ ਕ੍ਰਿਸਟਲਾਈਜ਼ ਸੈਲਫ ਕਹਿੰਦਾ ਹੈ, ਇਹ ਜਿਹੜਾ ਨਵਾਂ ਗੱਠਜੋੜ ਤੁਹਾਡੇ ਅੰਦਰ ਹੋਇਆ ਹੈ, ਕਿਤੇ ਇਹਦੇ ਉੱਤੇ ਹੰਕਾਰ ਹਾਵੀ ਨਾ ਹੋ ਜਾਏ, ਕਿਤੇ ਤੁਸੀਂ ਉਹਦੇ ਨਾਲ ਆਕੜ ਨਾ ਜਾਓ, ਕਿਤੇ ਤੁਸੀਂ
ਇਹ ਨਾ ਕਹਿਣ ਲੱਗ ਜਾਓ ਕਿ ਮੈਂ ਹੀ ਹਾਂ। ਇਹ ਡਰ ਹੈ ਕਿ ਕਿਤੇ ਤੁਸੀਂ ਪਰਮਾਤਮਾ ਨੂੰ ਭੁੱਲ ਨਾ ਜਾਓ। ਤਾਂ ਤੁਸੀਂ ਪੁੱਜ ਕੇ ਵੀ ਖੁੰਝ ਗਏ। ਤੁਸੀਂ ਬਿਲਕੁਲ ਕੰਢੇ 'ਤੇ ਗਏ ਅਤੇ ਮੁੜ ਆਏ। ਤੁਸੀਂ ਆਖੀਰੀ ਥਾਂ ਪੁੱਜ ਗਏ ਸੀ ਅਤੇ ਫਿਰ ਪਰਤ ਗਏ। ਇਹ ਖਤਰਾ ਮਹਾਂਵੀਰ ਦੀ ਵਿਧੀ ਵਿੱਚ ਹੈ, ਕਿਉਂਕਿ ਮਹਾਂਵੀਰ ਦੀ ਵਿਧੀ ਵਿੱਚ ਵੀ ਆਤਮ ਭਾਵ ਨੂੰ ਗਹਿਰਾ ਕਰਨਾ ਹੈ। ਪਰਮਾਤਮਾ ਦੀ ਕੋਈ ਥਾਂ ਨਹੀਂ। ਮਹਾਂਵੀਰ ਕਹਿੰਦੇ ਹਨ, ਜਦ ਆਤਮ ਭਾਵ ਭਰਪੂਰ ਹੋ ਜਾਏਗਾ ਤਾਂ ਉੱਥੋਂ ਹੀ ਪਰਮਾਤਮਾ ਪ੍ਰਗਟ ਹੋਏਗਾ, ਉਹੀ ਪਰਮਾਤਮਾ ਹੋ ਜਾਏਗਾ। ਇਹ ਠੀਕ ਹੈ, ਮਹਾਂਵੀਰ ਨੂੰ ਅਜਿਹਾ ਹੋਇਆ, ਪਰ ਮਹਾਂਵੀਰ ਦੇ ਪਿੱਛੇ ਟੁਰਨ ਵਾਲਿਆਂ ਨੂੰ ਅਜਿਹਾ ਹੋਇਆ ਵਿਖਾਈ ਨਹੀਂ ਦਿੰਦਾ। ਇਸ ਲਈ ਤਾਂ ਮਹਾਂਵੀਰ ਦੀ ਧਾਰਾ ਸੁੰਗੜ ਗਈ। ਉਹਦੇ ਵਿੱਚ ਖਤਰਾ ਹੈ, ਅਤੇ ਖਤਰਾ ਇਹ ਹੈ ਕਿ ਆਤਮਾ ਦੇ ਨਾਮ ਉੱਤੇ ਕਿਤੇ ਹੰਕਾਰ ਆਪਣੇ ਆਪ ਨੂੰ ਪ੍ਰਗਟ ਨਾ ਕਰਨ ਲੱਗ ਪਵੇ। ਇਸ ਲਈ ਜੈਨ ਮੁਨੀ ਨੂੰ ਤੁਸੀਂ ਜਿੰਨਾ ਹੰਕਾਰੀ ਵੇਖੋਗੇ, ਉਹਨਾਂ ਕਿਸੇ ਦੂਜੇ ਮੁਨੀ ਨੂੰ ਹੰਕਾਰੀ ਨਹੀਂ ਪਾਓਗੇ। ਜੈਨ ਮੁਨੀ ਹੱਥ ਜੋੜ ਕੇ ਝੁਕ ਵੀ ਨਹੀਂ ਸਕਦਾ, ਨਮਸਕਾਰ ਵੀ ਨਹੀਂ ਕਰ ਸਕਦਾ। ਕਿਸ ਨੂੰ ਨਮਸਕਾਰ ਕਰੇ? ਤੁਸੀਂ ਨਮਸਕਾਰ ਕਰੋ ਤਾਂ ਉਹ ਨਮਸਕਾਰ ਦਾ ਉੱਤਰ ਵੀ ਨਹੀਂ ਦੇ ਸਕਦਾ। ਉਹ ਸਿਰਫ ਆਸ਼ੀਰਵਾਦ ਦੇ ਸਕਦਾ ਹੈ, ਉਹਦੇ ਹੱਥ ਜੁੜਦੇ ਹੀ ਨਹੀਂ। ਵਿਧੀ ਬਿਲਕੁਲ ਸਹੀ ਹੈ, ਪਰ ਬੜੀ ਆਸਾਨੀ ਨਾਲ ਖਤਰਾ ਹੈ। ਹਰ ਵਿਧੀ ਦਾ ਖਤਰਾ ਹੈ, ਇਹ ਯਾਦ ਰੱਖਣਾ ਜ਼ਰੂਰੀ ਹੈ। ਨਾਨਕ ਦੀ ਵਿਧੀ 'ਚੋਂ ਖਤਰਾ ਨਹੀਂ ਹੈ, ਕਿਉਂਕਿ ਨਾਨਕ ਆਪਣੇ ਆਪ ਨੂੰ ਸਮਰਨ ਕਰਨ ਲਈ ਨਹੀਂ ਕਹਿੰਦੇ। ਉਹ ਕਹਿੰਦੇ ਹਨ ਕਿ ਸਾਰੇ ਪ੍ਰਾਣੀਆਂ ਦਾ ਇੱਕੋ ਦਾਤਾ ਹੈ, ਉਹਨੂੰ ਮੈਂ ਨਾ ਭੁੱਲਾਂ। ਸਾਰਿਆਂ ਦੇ ਅੰਦਰ ਇੱਕ ਦਾ ਹੀ ਵਾਸ ਹੈ, ਅਨੇਕਾਂ ਦੇ ਅੰਦਰ ਇੱਕੋ ਲੁਕਿਆ ਹੈ, ਇੱਕ ਓਅੰਕਾਰ ਸਤਨਾਮ। ਪੱਤੇ ਪੱਤੇ 'ਚੋਂ ਹੀ ਕੰਬਦਾ ਹੈ, ਹਵਾ ਦੇ ਬੁੱਲਿਆਂ 'ਚੋਂ ਹੀ ਵਗਦਾ ਹੈ, ਬੱਦਲ ਵਿੱਚ, ਆਕਾਸ਼ ਵਿੱਚ, ਚੰਨ ਤਾਰਿਆਂ ਵਿੱਚ, ਕਣ ਕਣ ਵਿੱਚ, ਸਭ ਵਿੱਚ ਉਹੀ ਹੈ। ਉਹਨੂੰ ਮੈਂ ਨਾ ਭੁੱਲਾਂ, ਉਹ ਮੈਨੂੰ ਚੇਤੇ ਰਹੇ। ਉਸ ਦੀ ਯਾਦਦਾਸ਼ਤ ਸੰਘਣੀ ਹੁੰਦੀ ਜਾਏ, ਉਹਦੀ ਯਾਦਦਾਸ਼ਤ ਮੇਰੇ ਅੰਦਰ ਕ੍ਰਿਸਟਲਾਈਜ਼ਡ ਹੋ ਜਾਏ, ਮੇਰੇ ਅੰਦਰ ਇੱਕ ਸੰਘਣਾ ਤੱਤ ਬਣ ਜਾਏ। ਤਾਂ ਇਸ ਦੇ ਵਿੱਚ ਹੰਕਾਰ ਦਾ ਕੋਈ ਖਤਰਾ ਨਹੀਂ। ਇਸ ਦੇ ਵਿੱਚ ਤੁਸੀਂ ਕਦੇ ਹੰਕਾਰੀ ਨਾ ਹੋ ਸਕੋਗੇ। ਇਸ ਲਈ ਨਾਨਕ ਨਾਲੋਂ ਨਿਸਤਾਵਾਨ ਗਿਆਨੀ ਲੱਭਣਾ ਔਖਾ ਹੈ, ਕਿਉਂਕਿ ਜੇਕਰ ਉਹੀ ਹੈ ਤਾਂ ਤੁਸੀਂ ਸਾਰਿਆਂ ਨੂੰ ਹੱਥ ਜੋੜ ਸਕਦੇ ਹੋ, ਤੁਸੀਂ ਸਾਰਿਆਂ ਦੇ ਪੈਰੀਂ ਪੈ ਸਕਦੇ ਹੋ, ਕਿਉਂਕਿ ਸਾਰਿਆਂ 'ਚੋਂ ਹੀ ਹੈ। ਅਤੇ ਜਿਸ ਦੇ ਤੁਸੀਂ ਪੈਰੀਂ ਪੈਂਦੇ ਹੋ, ਉਹਨੂੰ ਚਾਹੇ ਪਤਾ ਵੀ ਨਾ ਹੋਵੇ, ਪਰ ਤੁਹਾਨੂੰ ਤਾਂ ਪਤਾ ਹੈ। ਇਹ ਖਤਰਾ ਨਾਨਕ ਦੀ ਵਿਧੀ ਵਿੱਚ ਨਹੀਂ ਹੈ, ਲੇਕਿਨ ਇੱਕ ਦੂਜਾ ਖਤਰਾ ਹੈ। ਅਤੇ ਉਹ ਖਤਰਾ ਇਹ ਹੈ ਕਿ ਸਾਰਿਆਂ ਵਿੱਚ ਉਹੀ ਹੈ। ਉਹਦੀ ਯਾਦ ਕਿਤੇ ਅਜਿਹਾ ਨਾ ਹੋਵੇ ਕਿ ਆਤਮਾ ਨੂੰ ਭੁੱਲ ਜਾਏ, ਕਿਤੇ ਅਜਿਹਾ ਨਾ ਹੋਏ ਕਿ ਇਹ ਸਭ ਵਿੱਚ ਹੈ, ਇਸ ਲਈ ਤੁਸੀਂ ਭੁੱਲ ਹੀ ਜਾਓ ਕਿ ਮੈਂ ਵੀ ਹਾਂ। ਤਾਂ ਇੱਕ ਗੂੜੀ ਨੀਂਦ ਲੱਗ ਜਾਏਗੀ, ਯੋਗ ਤਨੰਦਰਾ ਹੋ ਜਾਏਗੀ, ਤਾਂ ਤੁਸੀਂ ਬੇਹੋਸ਼ ਜਿਹੇ ਜਿਉਣ ਲੱਗੋਗੇ। ਤੁਸੀਂ ਉਹ ਸਾਰੀਆਂ ਥਾਵਾਂ 'ਤੇ ਵੇਖੋਗੇ, ਸਿਰਫ ਆਪਣੇ ਅੰਦਰ ਨਹੀਂ ਦੇਖ ਸਕੋਗੇ। ਉਹ ਚਾਰੇ ਪਾਸੇ ਦਿਖਾਈ ਦੇਗਾ, 10 ਦਿਸ਼ਾਵਾਂ ਉਹਦੇ ਨਾਲ ਭਰ ਜਾਣਗੀਆਂ। ਤਾਂ ਤੁਸੀਂ ਉਸ ਦਾ ਗੁਣਗਾਨ ਕਰੋਗੇ, ਤੁਸੀਂ ਉਹਦੀ ਮਹਿਮਾ ਗਾਓਗੇ, ਪਰ ਤੁਸੀਂ ਖੁਦ ਇਸ ਮਹਿਮਾ ਤੋਂ ਵਾਂਝੇ ਰਹਿ ਜਾਓਗੇ। ਇਹ ਖਤਰਾ ਹੈ, ਪਰ ਇਹ ਖਤਰਾ ਪਹਿਲੇ ਖਤਰੇ ਨਾਲੋਂ ਛੋਟਾ ਖਤਰਾ ਹੈ, ਕਿਉਂਕਿ ਜਿਹੜਾ ਸੁੱਤਾ ਹੈ ਉਹਨੂੰ ਜਗਾਇਆ ਜਾ ਸਕਦਾ ਹੈ, ਪਰ ਜਿਹੜਾ ਹੰਕਾਰ ਨਾਲ ਭਰ ਗਿਆ ਉਹਦੀ ਨੀਂਦ ਖਤਰਨਾਕ ਹੈ। ਉਹ ਕੋਮਾ ਵਿੱਚ ਹੈ, ਉਹਨੂੰ ਜਗਾਉਣਾ ਬਹੁਤ ਮੁਸ਼ਕਿਲ ਹੈ। ਉਹ ਕੋਈ ਸਧਾਰਨ ਨੀਂਦ ਵਿੱਚ ਨਹੀਂ ਹੈ। ਉਹਨੂੰ ਤੁਸੀਂ ਹਿਲਾਓ ਜੁਲਾਓ, ਕੋਈ ਫਰਕ ਨਹੀਂ ਪਏਗਾ। ਤੰਦਰਾ ਤੋੜੀ ਜਾ ਸਕਦੀ ਹੈ, ਇਸ ਲਈ ਯੋਗੀਆਂ ਨੇ ਉਸ ਨੂੰ ਵੱਖਰਾ ਨਾਮ ਦਿੱਤਾ ਹੈ, ਯੋਗ ਤੰਦਰਾ। ਉਸ ਨੂੰ ਨੀਂਦਰ ਵੀ ਨਹੀਂ ਕਿਹਾ, ਕਿਉਂਕਿ ਨੀਂਦਰ ਨੂੰ ਤੋੜਨ 'ਚ ਥੋੜ੍ਹੀ ਤਕਲੀਫ ਹੈ, ਤੰਦਰਾ ਨੂੰ ਤੋੜਨ 'ਚ ਜ਼ਰਾ ਵੀ ਤਕਲੀਫ ਨਹੀਂ। ਤੁਸੀਂ ਤੰਦਰਾ 'ਚ ਹੋਵੋ ਅਤੇ ਕੋਈ ਤਾਲੀ ਵਜਾ ਦੇ, ਟੁੱਟ ਜਾਏਗੀ। ਨਾਨਕ ਦਾ ਰਾਹ ਮਹਾਂਵੀਰ ਦੇ ਰਾਹ ਤੋਂ ਆਸਾਨ ਹੈ, ਪਰ ਖਤਰੇ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਹਰ ਰਾਹ 'ਤੇ ਖਤਰਾ ਤਾਂ ਹੋਵੇਗਾ ਹੀ, ਕਿਉਂਕਿ ਹਰ ਰਾਹ ਉੱਤੇ ਭਟਕਣ ਦੀ ਸੰਭਾਵਨਾ ਹੈ, ਹਰ ਰਾਹ 'ਤੇ ਭ੍ਰਿਸ਼ਟ ਹੋ ਜਾਣ ਦੀ ਸੰਭਾਵਨਾ ਹੈ। ਅਤੇ ਤੁਸੀਂ ਅਜਿਹੇ ਹੋ ਕਿ ਜੇਕਰ ਤੁਹਾਨੂੰ ਖਤਰਾ ਨਾ ਦੱਸਿਆ ਜਾਵੇ ਤਾਂ ਪੂਰੀ ਸੰਭਾਵਨਾ ਹੈ ਕਿ ਤੁਸੀਂ ਭਟਕ ਜਾਓਗੇ। ਮਹਾਂਵੀਰ ਦਾ ਰਾਹ ਤਿਆਗ ਵਿੱਚ ਅਤੇ ਨਾਨਕ ਦਾ ਰਾਹ ਭੋਗ ਵਿੱਚ ਭਟਕ ਗਿਆ,
ਕਿਉਂਕਿ ਮਹਾਂਵੀਰ ਨੇ ਕਿਹਾ ਕਿ ਸੰਸਾਰ ਨੂੰ ਬਿਲਕੁਲ ਛੱਡ ਦਿਓ, ਭੋਗ ਦਾ ਕਣ ਮਾਤਰ ਵੀ ਨਾ ਬਚਣ ਦਿਓ, ਤੁਸੀਂ ਪਰਮ ਸੰਨਿਆਸਤ ਹੋ ਜਾਓ। ਉਹਦਾ ਨਤੀਜਾ ਇਹ ਹੋਇਆ ਕਿ ਮਹਾਂਵੀਰ ਦੇ ਤਿਆਗੀ ਸੰਸਾਰ ਦੇ ਦੁਸ਼ਮਣ ਹੋ ਕੇ ਜਿਉਂਦੇ ਰਹੇ, ਤੇ ਜਦ ਤੁਸੀਂ ਕਿਸੇ ਦੇ ਦੁਸ਼ਮਣ ਹੋ ਕੇ ਜਿਉਂਦੇ ਹੋ ਤਾਂ ਜਿਹਦੇ ਤੁਸੀਂ ਦੁਸ਼ਮਣ ਹੋ ਉਹਦੇ ਨਾਲ ਬੱਝੇ ਰਹਿੰਦੇ ਹੋ। ਜਿਹਦੇ ਨਾਲ ਤੁਹਾਡੀ ਦੁਸ਼ਮਣੀ ਹੈ ਉਹਨੂੰ ਤੁਸੀਂ ਭੁੱਲ ਨਹੀਂ ਸਕਦੇ, ਉਹਦੀ ਯਾਦ ਘੜੀ ਰਹਿੰਦੀ ਹੈ। ਤਾਂ ਮਹਾਂਵੀਰ ਦਾ ਜਿਹੜਾ ਤਿਆਗੀ ਹੈ ਉਹ 24 ਘੰਟੇ ਸੰਸਾਰ ਨਾਲ ਲੜ ਰਿਹਾ ਹੈ, ਲੜਾਈ ਦੀ ਵਜ੍ਹਾ ਨਾਲ ਸੰਸਾਰ ਦਾ ਸਮਰਨ ਕਰ ਰਿਹਾ ਹੈ। ਆਤਮਾ ਵਗੈਰਾ ਦਾ ਸਮਰਨ ਤਾਂ ਇੱਕ ਪਾਸੇ ਰਹਿ ਗਿਆ। ਭੋਜਨ, ਕੱਪੜਾ, ਉੱਠਣਾ ਬੈਠਣਾ, ਕਿੱਥੇ ਸੌਣਾ ਕਿੱਥੇ ਨਹੀਂ ਸੌਣਾ, ਉਹ ਇਹਨਾਂ ਸਾਰਿਆਂ ਝੰਜਟਾਂ 'ਚ ਫਸਿਆ ਹੋਇਆ, ਉਹ ਤਿਆਗ ਵਿੱਚ ਭਟਕ ਗਿਆ। ਨਾਨਕ ਨੇ ਠੀਕ ਦੂਜੀ ਗੱਲ ਕਹੀ ਕਿ ਸਭ ਕੁਝ ਉਹੀ ਹੈ, ਸਭ ਕੁਝ ਉਸੇ ਦਾ ਹੈ। ਸੰਸਾਰ ਨੂੰ ਛੱਡ ਕੇ ਕਿਤੇ ਵੀ ਜਾਣ ਦੀ ਕੋਈ ਜ਼ਰੂਰਤ ਨਹੀਂ, ਉਹ ਸੰਸਾਰ ਵਿੱਚ ਹੀ ਮੌਜੂਦ ਹੈ। ਤਾਂ ਨਾਨਕ ਨੂੰ ਮੰਨਣ ਵਾਲਾ ਸੰਸਾਰ ਵਿੱਚ ਭਟਕ ਗਿਆ। ਨਾਨਕ ਨੇ ਕਿਹਾ ਕਿ ਸੰਸਾਰ ਨੂੰ ਛੱਡ ਕੇ ਕਿਤੇ ਜਾਣ ਦੀ ਜ਼ਰੂਰਤ ਨਹੀਂ। ਉਹਦਾ ਮਤਲਬ ਇਹ ਨਹੀਂ ਕਿ ਸੰਸਾਰ ਕਾਫੀ ਹੈ, ਸੰਸਾਰ ਵਿੱਚ ਹੀ ਉਹਨੂੰ ਲੱਭਣਾ ਹੈ। ਇਸ ਲਈ ਤੁਸੀਂ ਵੇਖੋ, ਪੰਜਾਬੀ ਹਨ, ਸਿੱਖ ਹਨ, ਸਿੰਧੀ ਹਨ, ਨਾਨਕ ਨੂੰ ਮੰਨਣ ਵਾਲਾ ਜਿਹੜਾ ਵਰਗ ਹੈ ਇਸ ਮੁਲਕ 'ਚ, ਉਹਨੂੰ ਵੇਖੋ ਖਾਣ ਵਿੱਚ, ਪੀਣ ਵਿੱਚ, ਕੱਪੜੇ ਪਹਿਨਣ 'ਚ ਉਹਦਾ ਸਾਰਾ ਜੀਵਨ ਲੱਗਾ ਹੋਇਆ ਹੈ। ਉਹ ਸੋਚਦਾ ਹੈ ਸੰਸਾਰ ਤੋਂ ਬਾਹਰ ਤਾਂ ਕੁਝ ਹੈ ਹੀ ਨਹੀਂ, ਬਸ ਇਹੀ ਸਭ ਕੁਝ ਹੈ। ਸੰਸਾਰ 'ਚ ਰਹਿ ਕੇ ਉਹਨੂੰ ਪਾਉਣਾ ਹੈ। ਸੰਸਾਰ ਸਭ ਕੁਝ ਨਹੀਂ ਹੈ। ਸੰਸਾਰ ਛੱਡ ਕੇ ਜਾਣ ਦੀ ਕੋਈ ਜ਼ਰੂਰਤ ਨਹੀਂ, ਪਰ ਤਦ ਖਤਰਾ ਹੈ, ਤਦ ਸੰਸਾਰ ਹੀ ਸਾਰਾ ਕੁਝ ਬਣ ਜਾਏ। ਇਸ ਲਈ ਨਾਨਕ ਦੇ ਪਿੱਛੇ ਚੱਲਣ ਵਾਲਾ ਤਬਕਾ ਸੰਸਾਰੀ ਹੋ ਕੇ ਰਹਿ ਗਿਆ ਹੈ। ਉਹਦੇ ਦੇਖਣ ਦਾ ਤੇ ਸੋਚਣ ਦਾ ਸਾਰਾ ਢੰਗ ਸੰਸਾਰੀ ਹੈ। ਇਹ ਵੱਡੇ ਖਤਰੇ ਹਨ, ਹਰ ਮਾਰਗ ਨਾਲ ਖਤਰਾ ਹੈ। ਹੋਰ ਜੇਕਰ ਤੁਸੀਂ ਖਤਰੇ ਤੋਂ ਸੁਚੇਤ ਨਹੀਂ ਹੋ ਤਾਂ 100 ਵਿੱਚੋਂ 99 ਮੌਕਿਆਂ ਉੱਤੇ ਤੁਸੀਂ ਖਤਰੇ ਵਿੱਚ ਹੀ ਜਾਓਗੇ। ਕਿਉਂਕਿ ਤੁਹਾਡੀ ਬੁੱਧੀ ਜਿਸ ਤਰ੍ਹਾਂ ਦੀ ਹੈ ਉਹ ਠੀਕ ਤਾਂ ਚੱਲ ਨਹੀਂ ਸਕਦੀ, ਉਹ ਟੇਢੀ ਚੱਲਦੀ ਹੈ। ਤੁਸੀਂ ਕਦੇ ਖੋਤੇ ਨੂੰ ਟੁਰਦਿਆਂ ਵੇਖਿਆ? ਉਹ ਕਦੇ ਵਿਚਕਾਰ ਰਾਹ ਉੱਤੇ ਨਹੀਂ ਟੁਰਦਾ, ਉਹ ਹਮੇਸ਼ਾ ਦੀਵਾਰ ਇਸ ਪਾਸੇ ਜਾਂ ਉਸ ਪਾਸੇ ਅੱਤ ਤੇ ਟੁਰਦਾ ਹੈ। ਬੁੱਧੀ ਨੂੰ ਖੋਤਾ ਹੀ ਕਹਿਣਾ ਠੀਕ ਹੈ। ਤੁਸੀਂ ਬੁੱਧੂਆਂ ਨੂੰ ਖੋਤਾ ਕਹਿੰਦੇ ਹੋ, ਪਰ ਬੁੱਧੀਮਾਨੀ ਹੀ ਖੋਤਾਪਨ ਹੈ। ਕਿਉਂਕਿ ਬੁੱਧੀ ਟੁਰਦੀ ਕੰਢੇ ਉੱਤੇ, ਇੱਕ ਅੱਤ ਫੜਦੀ ਜਾਂ ਦੂਜੀ ਅੱਤ। ਬੁੱਧੀਮਾਨ ਦੀ ਨਿਸ਼ਾਨੀ ਹੈ ਮੱਧ ਵਿੱਚ ਹੋਣਾ, ਤੇ ਉੱਥੇ ਖਤਰਾ ਹੈ। ਇਸ ਲਈ ਨਾਨਕ ਦੀਆਂ ਪਰਮ ਗੂੜੀਆਂ ਗੱਲਾਂ ਗੁਆਚ ਗਈਆਂ। ਸਿੱਖ ਤਾਂ ਹਨ, ਪਰ ਨਾਨਕ ਦੇ ਸਿੱਖ ਕਿੱਥੇ? ਜਿਨ੍ਹਾਂ ਨੇ ਸਿੱਖਿਆ ਸੁਣੀ ਹੋਵੇ, ਜਿਨ੍ਹਾਂ ਨੇ ਆਪਣੇ ਸਿਰ ਨੂੰ ਛੱਡਿਆ ਹੋਵੇ, ਜਿਹੜਾ ਸ਼ਰਧਾਲੂ ਹਿਰਦੇ ਨਾਲ ਭਰਿਆ ਹੋਵੇ, ਤੇ ਜਿਨ੍ਹਾਂ ਨੇ ਇੱਕ ਗੱਲ ਯਾਦ ਰੱਖੀ ਹੋਵੇ, ਇੱਕ ਗੁਰ ਨਾਲ ਸਭ ਹੱਲ ਹੋ ਜਾਂਦਾ ਹੈ ਕਿ ਸਾਰੇ ਪ੍ਰਾਣੀਆਂ ਦਾ ਇੱਕੋ ਹੀ ਦਾਤਾ, ਉਹਨੂੰ ਮੈਂ ਕਦੇ ਨਾ ਭੁੱਲਾਂ। ਉਹ ਯਾਦ ਬਣੀ ਰਹੇ, ਉਹਦੀ ਲਗਾਤਾਰ ਪ੍ਰਤੀਤ ਬਣੀ ਰਹੇ। ਉੱਠਦਿਆਂ ਬੈਠਦਿਆਂ ਉਹ ਮੇਰੇ 'ਚ ਸਮਾ ਜਾਏ। ਮੈਂ ਜੋ ਵੀ ਕਰਾਂ ਉਹਦੇ ਸਮਰਨ ਦੇ ਨਾਲ ਹੀ ਹੋਵੇ। ਤਾਂ ਤੁਸੀਂ ਸੰਸਾਰ 'ਚ ਰਹਿੰਦੇ ਹੋਏ ਸੰਸਾਰ ਤੋਂ ਪਾਰ ਹੋ ਜਾਓਗੇ। ਇੱਥੇ ਰਹਿੰਦੇ ਹੋਏ ਉੱਥੇ ਪੁੱਜ ਜਾਓਗੇ। ਮੰਦਰ ਜਾਣ ਦੀ ਜ਼ਰੂਰਤ ਨਹੀਂ, ਘਰ ਹੀ ਮੰਦਰ ਹੋ ਜਾਏਗਾ। ਸਧਾਰਨ ਕੰਮ ਕਾਜ ਵੀ ਉਹਦੀ ਅਸਾਧਾਰਨ ਮਹਿਮਾ ਨਾਲ ਭਰ ਜਾਏਗਾ। ਤੁਹਾਡਾ ਕੋਈ ਕੰਮ ਸਧਾਰਨ ਨਹੀਂ ਰਹੇਗਾ, ਅਸਾਧਾਰਨ ਹੋ ਜਾਏਗਾ। ਜਿੱਥੇ ਵੀ ਤੁਸੀਂ ਇਸ਼ਨਾਨ ਕਰੋਗੇ ਉੱਥੇ ਗੰਗਾ ਹੋਏਗੀ। ਪਰ ਡਰ ਹੈ ਕਿ ਤੁਸੀਂ ਸੋਚ ਲਓ ਫਿਰ ਕੁਝ ਕਰਨ ਨੂੰ ਨਹੀਂ ਬਚਿਆ, ਫਿਰ ਅਸੀਂ ਜਿੱਥੇ ਇਸ਼ਨਾਨ ਕਰਦੇ ਹਾਂ ਉੱਥੇ ਠੀਕ ਹੈ। ਗੰਗਾ ਦਾ ਸਵਾਲ ਨਹੀਂ ਹੈ, ਸਵਾਲ ਤੁਹਾਡਾ ਹੈ। ਤੁਸੀਂ ਜਦ ਅਲੱਗ ਹੁੰਦੇ ਹੋ ਤਾਂ ਪਿੰਡ ਦੀ ਸਧਾਰਨ ਜੀ ਨਦੀ ਗੰਗਾ ਹੋ ਜਾਂਦੀ ਹੈ। ਜੇਕਰ ਤੁਸੀਂ ਅਲੱਗ ਨਹੀਂ ਹੁੰਦੇ, ਤੁਸੀਂ ਗੰਗਾ ਨੂੰ ਵੀ ਸਧਾਰਨ ਨਦੀ ਬਣਾ ਲੈਂਦੇ ਹੋ। ਤੁਹਾਡੇ ਸਧਾਰਨ ਤੇ ਅਸਾਧਾਰਨ ਹੋਣ ਦਾ ਸਵਾਲ ਹੈ। ਸਧਾਰਨਪਣ ਕੀ ਹੈ? ਸਧਾਰਨਪਣ ਹੈ ਬਿਨਾਂ ਯਾਦ ਤੋਂ ਜਿਉਣਾ, ਤੇ ਅਸਾਧਾਰਨਪਣ ਹੈ ਉਹਦੀ ਯਾਦ ਨਾਲ ਜਿਉਣਾ, ਤੇ ਉਹਦੀ ਯਾਦ ਕੀਮਤੀ ਹੈ। ਉਹਦੇ ਲਈ ਤੁਹਾਨੂੰ ਕੁਝ ਵੀ ਗੁਆਉਣਾ ਪਵੇ ਤਾਂ ਤੁਸੀਂ ਤਿਆਰ ਰਹੋਗੇ, ਪਰ ਉਹਦੀ ਯਾਦ ਨੂੰ ਗੁਆਉਣ ਲਈ ਤਿਆਰ ਨਹੀਂ ਰਹੋਗੇ। ਇਸ ਲਈ ਨਾਨਕ ਕਹਿੰਦੇ ਹਨ, ਸਿੱਖਿਆ ਜਿਹੜੀ ਸੁਣ ਲੈਂਦਾ ਉਹਦੀ ਬੁੱਧੀ ਰਤਨ ਜਵਾਹਰ ਤੇ ਮਾਣਕ ਵਰਗੀ ਹੋ ਜਾਂਦੀ ਹੈ। ਕਿਉਂ ਮਾਣਕ ਰਤਨ ਤੇ ਜਵਾਹਰ ਦੀ ਉਹ ਗੱਲ ਕਰ ਰਹੇ ਹਨ? ਇਸ ਲਈ ਕਰ ਰਹੇ ਹਨ ਕਿ ਜੇਕਰ ਜ਼ਰੂਰਤ ਪਏਗੀ
ਤਾਂ ਤੁਸੀਂ ਹੋਰ ਸਭ ਛੱਡ ਦਿਓਗੇ, ਪਰ ਮਾਣਕ ਨੂੰ ਨਹੀਂ ਛੱਡੋਗੇ। ਤੁਹਾਡੀ ਜੇਬ 'ਚ ਰੁਪਈਏ ਦਾ ਨੋਟ ਪਿਆ ਹੈ ਤੇ ਮਾਣਕ ਪਿਆ ਹੈ, ਜ਼ਰੂਰਤ ਪਏਗੀ ਤਾਂ ਤੁਸੀਂ ਰੁਪਈਏ ਦਾ ਨੋਟ ਛੱਡ ਦਿਓਗੇ, ਜ਼ਰੂਰਤ ਪਈ ਤਾਂ ਤੁਸੀਂ ਪੂਰਾ ਘਰ ਛੱਡ ਦਿਓਗੇ, ਕਿਉਂਕਿ ਤੁਸੀਂ ਜਾਣਦੇ ਹੋ ਉਹ ਸਭ ਤੋਂ ਕੀਮਤੀ ਹੈ। ਜੀਵਨ ਕੋਲੋਂ ਸਭ ਛੁੱਟ ਜਾਏ ਪਰ ਸਮਰਨ ਨਹੀਂ ਛੁੱਟੇਗਾ, ਕਿਉਂਕਿ ਤੁਸੀਂ ਜਾਣਦੇ ਹੋ ਸਾਰਾ ਜੀਵਨ 2 ਕੌੜੀਆਂ ਦਾ ਹੈ। ਉਹ ਸਿਮਰਨ ਮਾਣਕ ਦੇ ਵਾਂਗ ਹੈ, ਉਹ ਸਭ ਤੋਂ ਕੀਮਤੀ ਹੈ। ਹੋਰ ਕਿਸੇ ਦੀ ਉਮਰ 4 ਯੁੱਗਾਂ ਦੇ ਬਰਾਬਰ ਹੋ ਜਾਏ, ਉਸ ਤੋਂ ਵੀ 10 ਗੁਣੀ ਹੋ ਜਾਏ, ਜੇਕਰ 9 ਖੰਡਾਂ ਦੇ ਲੋਕ ਉਹਨੂੰ ਜਾਣਦੇ ਹੋਣ ਤੇ ਉਹਦੇ ਨਾਲ ਟੁਰਦੇ ਹੋਣ, ਜਿਸ ਨੂੰ ਵੱਡਾ ਨਾਂ ਪ੍ਰਾਪਤ ਹੋਵੇ, ਜਿਸ ਦੀ ਕੀਰਤੀ ਸਾਰੇ ਜਗਤ 'ਚ ਫੈਲੀ ਹੋਵੇ, ਉਹ ਵੀ ਜੇਕਰ ਉਹਦੀ ਦ੍ਰਿਸ਼ਟੀ 'ਚ ਨਹੀਂ ਜੱਚਦਾ ਤਾਂ ਕੋਈ ਵੀ ਕੀਮਤ ਨਹੀਂ ਹੈ। ਉਹਦੀ ਪੁੱਛ ਦਾ ਕੋਈ ਵੀ ਅਰਥ ਨਹੀਂ ਹੈ, ਉਹਨੂੰ ਕੋਈ ਵੀ ਨਹੀਂ ਪੁੱਛਦਾ। ਜੇ ਜੁਗ 4 ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚਲੈ ਸਭ ਕੋਏ। ਚੰਗਾ ਨਾਉ ਰਖਾਈ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਨਾਨਕ ਕਹਿੰਦੇ ਹਨ, ਤੁਹਾਡੇ ਕੋਲ 4 ਯੁੱਗਾਂ ਦੀ ਉਮਰ ਹੋਵੇ, 7 ਯੁੱਗ ਤੋਂ ਲੈ ਕੇ ਕਲ ਯੁੱਗ ਤੱਕ, ਜਿੰਨੀ ਇਸ ਸ੍ਰਿਸ਼ਟੀ ਦੀ ਉਮਰ ਹੈ ਉਨੀ ਤੁਹਾਡੀ ਉਮਰ ਹੋਵੇ, ਉਸ ਤੋਂ ਵੀ 10 ਗੁਣੀ ਹੋ ਜਾਏ। 9 ਖੰਡਾਂ ਦੇ ਲੋਕ, ਸਾਰੀ ਸ੍ਰਿਸ਼ਟੀ ਦੇ ਲੋਕ ਤੁਹਾਨੂੰ ਜਾਣਦੇ ਹੋਣ, ਤੁਹਾਡੇ ਨਾਲ ਟੁਰਦੇ ਹੋਣ, ਤੁਹਾਡਾ ਜਸ ਬਹੁਤ ਹੋਵੇ, ਸਾਰੇ ਜਗਤ ਵਿੱਚ ਤੁਹਾਡੀ ਕੀਰਤੀ ਹੋਵੇ, ਫੇਰ ਵੀ ਜੇਕਰ ਉਹਦੀ ਨਿਗਾਹ 'ਚ ਤੁਸੀਂ ਨਾ ਜੱਚੇ ਤਾਂ ਕੁਝ ਵੀ ਸਾਰ ਨਹੀਂ ਹੈ। ਇਹਨੂੰ ਥੋੜ੍ਹਾ ਸੋਚੀਏ। ਤਾਂ ਸਾਡੀ ਇਹੀ ਖੋਜ ਹੈ ਕਿ ਸਾਰੀ ਦੁਨੀਆ ਸਾਨੂੰ ਜਾਣ ਲਵੇ, ਸਾਰੀ ਦੁਨੀਆ ਦਾ ਸਾਮਰਾਜ ਸਾਡਾ ਹੋਵੇ, ਉਮਰ ਹੋਵੇ, ਧਨ ਹੋਵੇ, ਸਤਿਕਾਰ ਹੋਵੇ, ਜਸ ਹੋਵੇ, ਇਹੀ ਸਾਡੀ ਖੋਜ ਹੈ। ਤੇ ਨਾਨਕ ਕਹਿੰਦੇ ਹਨ, ਤੁਸੀਂ ਸਭ ਪਾ ਲਵੋ, ਤੁਸੀਂ ਪੂਰੀ ਦੁਨੀਆ ਦੇ ਮਾਲਕ ਹੋ ਜਾਓ, ਪਰ ਉਹਨੂੰ ਨਾ ਜੱਚੋ ਤਾਂ ਕੁਝ ਵੀ ਸਾਰ ਨਹੀਂ ਹੈ। ਕੀ ਗੱਲ ਹੈ? ਕੀ ਕਾਰਨ ਹੈ? ਸਾਰਾ ਕੁਝ ਪਾ ਕੇ ਵੀ ਤੁਸੀਂ ਕਦੇ ਕਿਸੇ ਨੂੰ ਤ੍ਰਿਪਤ ਹੁੰਦੇ ਵੇਖਿਆ? ਪੁੱਛੋ ਅਰਬਪਤੀਆਂ ਤੋਂ, ਪੁੱਛੋ ਸਿਕੰਦਰਾਂ ਤੋਂ, ਹਿਟਲਰਾਂ ਤੋਂ, ਤੁਸੀਂ ਉਹਨਾਂ ਨੂੰ ਕਦੇ ਤ੍ਰਿਪਤ ਵੇਖਿਆ? ਕਦੇ ਤੁਸੀਂ ਉਹਨਾਂ ਦੇ ਆਲੇ ਦੁਆਲੇ ਅਜਿਹਾ ਭਾਵ ਜਿਹੀ ਹਵਾ ਵੇਖੀ ਜਿਹੜੀ ਖਬਰ ਦਿੰਦੀ ਹੋਵੇ ਕਿ ਸਭ ਮਿਲ ਗਿਆ? ਉਲਟੀ ਹਾਲਤ ਹੈ। ਜਿੰਨਾ ਤੁਸੀਂ ਅਜਿਹੇ ਲੋਕਾਂ ਦੇ ਨੇੜੇ ਜਾਓਗੇ, ਓਨਾ ਹੀ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਦੀ ਦਰਿਦਰਤਾ ਕਿੰਨੀ ਵੱਡੀ ਹੈ। ਉਹਨਾਂ ਦਾ ਭਿੱਖਿਆ ਪਾਤਰ ਵੱਡਾ ਹੋ ਗਿਆ ਹੈ, ਉਹ ਹੋਰ ਮੰਗ ਰਹੇ ਹਨ। 9 ਖੰਡ ਕਾਫੀ ਨਹੀਂ, 4 ਯੁੱਗਾਂ ਦੀ ਉਮਰ ਕਾਫੀ ਨਹੀਂ ਹੈ। ਉਹਨਾਂ ਦੀ ਮੰਗ ਜੋ ਵੀ ਮਿਲ ਜਾਏ ਉਹਦੇ ਨਾਲੋਂ ਵੱਡੀ ਹੈ। ਉਹਨਾਂ ਦਾ ਅਭਾਵ ਅਨੰਤ ਹੈ, ਉਹ ਭਰਿਆ ਨਹੀਂ ਜਾ ਸਕਦਾ, ਉਹਨੂੰ ਭਰਨ ਦਾ ਕੋਈ ਉਪਾਅ ਨਹੀਂ ਹੈ। ਉਹਨਾਂ ਦੀ ਤ੍ਰਿਸ਼ਨਾ ਦੋਸ਼ਪੂਰ ਹੈ, ਉਹਨਾਂ ਦੀ ਚਾਹ ਦੀ ਕੋਈ ਸੀਮਾ ਨਹੀਂ ਹੈ। ਜੋ ਵੀ ਮਿਲ ਜਾਂਦਾ ਹੈ, ਚਾਹ ਹੋਰ ਅਗਾਂਹ ਵੱਧ ਜਾਂਦੀ ਹੈ, ਚਾਹ ਅੱਗੇ ਹੀ ਵੱਧਦੀ ਜਾਂਦੀ ਹੈ। ਚਾਹ ਤੁਹਾਡੇ ਨਾਲੋਂ ਮੀਲਾਂ ਅੱਗੇ ਟੁਰਦੀ ਹੈ। ਤੁਸੀਂ ਜਿੱਥੇ ਜਾਂਦੇ ਹੋ ਤੁਹਾਡੇ ਤੋਂ ਪਹਿਲਾਂ ਪੁੱਜੀ ਹੈ, ਤੇ ਜਿੰਨਾ ਤੁਹਾਡੇ ਬਹੁਤਾ ਕੋਲ ਹੁੰਦਾ ਹੈ ਉਨਾ ਹੀ ਤੁਹਾਨੂੰ ਅਹਿਸਾਸ ਹੋਣ ਲੱਗਦਾ ਹੈ ਕਿ ਤੁਸੀਂ ਕਿਸੇ ਗਲਤ ਰਾਹ 'ਤੇ ਚੱਲਦੇ ਹੋ, ਕਿਉਂਕਿ ਤ੍ਰਿਪਤੀ ਤਾਂ ਮਿਲਦੀ ਹੀ ਨਹੀਂ, ਮੁੜ ਵੀ ਨਹੀਂ ਸਕਦੇ, ਕਿਉਂਕਿ ਹੰਕਾਰ ਕਹਿੰਦਾ ਕਿੱਥੇ ਮੁੜ ਕੇ ਜਾਂਦੇ ਹੋ। 2 ਮੰਗਤੇ ਇੱਕ ਦਰਖਤ ਦੇ ਹੇਠਾਂ ਆਰਾਮ ਕਰ ਰਹੇ ਸੀ। ਇੱਕ ਮੰਗਤਾ ਰੋ ਰਿਹਾ ਸੀ ਤੇ ਸ਼ਿਕਾਇਤਾਂ ਕਰ ਰਿਹਾ ਸੀ। ਜਦ ਸਮਰਾਟ ਰੋਂਦੇ ਹਨ, ਸ਼ਿਕਾਇਤਾਂ ਕਰਦੇ ਹਨ, ਤਾਂ ਵਿਚਾਰਾ ਮੰਗਤਾ ਉਹ ਕਹਿ ਰਿਹਾ ਸੀ, ਇਹ ਵੀ ਕੋਈ ਜ਼ਿੰਦਗੀ ਹੈ? ਅੱਜ ਇਸ ਪਿੰਡ, ਕੱਲ ਉਸ ਪਿੰਡ, ਬਿਨਾਂ ਟਿਕਟ ਸਫ਼ਰ ਕਰੋ, ਕਿਤੇ ਵੀ ਉਤਾਰ ਦਿੱਤੇ ਜਾਓ। ਜਿਹਨੂੰ ਵੇਖੋ ਉਹੀ ਉਪਦੇਸ਼ ਦਿੰਦਾ ਹੈ, ਮੰਗੋ ਰੋਟੀ ਮਿਲਦਾ ਉਪਦੇਸ਼। ਜਿਹਨੂੰ ਵੇਖੋ ਉਹੀ ਕਹੇ ਚੰਗੇ ਭਲੇ ਹੋ, ਜਾਓ ਕੰਮ ਕਰੋ। ਹਰ ਥਾਂ ਅਪਮਾਨ, ਹਰ ਥਾਂ ਨਿੰਦਾ। ਇਹ ਵੀ ਕੋਈ ਜੀਵਨ ਹੈ? ਤੇ ਖਦੇੜੇ ਜਾਂਦੇ ਹੋ ਹਰ ਥਾਂ ਤੋਂ। ਪੁਲਿਸ ਵਾਲੇ ਸਦਾ ਪਿੱਛੇ ਖਲੋਤੇ ਹਨ, ਜਿੱਥੇ ਸੋਇਆ ਉੱਥੇ ਉਠਾ ਦਿੱਤਾ ਜਾਂਦਾ ਹੈ। ਰਾਤ ਪੂਰੀ ਨੀਂਦ ਵੀ ਇੱਕ ਥਾਂ ਨਹੀਂ ਲੈ ਸਕਦੇ। ਤਾਂ ਦੂਜੇ ਨੇ ਕਿਹਾ, ਤਾਂ ਫਿਰ ਤੂੰ ਇਹ ਕੰਮ ਛੱਡ ਹੀ ਕਿਉਂ ਨਹੀਂ ਦਿੰਦਾ? ਉਹਨੇ ਕਿਹਾ, ਕੀ ਮੈਂ ਮੰਨ ਲਵਾਂ ਕਿ ਮੈਂ ਨਾਕਾਮ ਹੋ ਗਿਆ? ਮੰਗਤਾ ਵੀ ਮੰਨਦਾ ਨਹੀਂ ਕਿ ਉਹ ਨਾਕਾਮ ਹੋ ਗਿਆ, ਤਾਂ ਕਰੋੜਪਤੀ ਤਾਂ ਕਿਵੇਂ ਮੰਨੇਗਾ? ਰਾਜਨੀਤਿਕ ਤਾਂ ਕਿਵੇਂ ਮੰਨੇ ਕਿ ਨਾਕਾਮ ਹੋ ਗਿਆ? ਨਹੀਂ, ਉਹ ਕਹਿੰਦਾ ਸਿੱਧ ਕਰਕੇ ਰਹਾਂਗਾ,
ਹਾਲਾਂਕਿ ਅੱਜ ਤੱਕ ਕੋਈ ਸਿੱਧ ਨਹੀਂ ਕਰ ਸਕਿਆ। ਨਹੀਂ ਤਾਂ ਮਹਾਵੀਰ, ਬੁੱਧ, ਨਾਨਕ ਸਾਰੇ ਮੂਰਖ ਹਨ। ਕੋਈ ਵੀ ਸਿੱਧ ਨਹੀਂ ਕਰ ਸਕਿਆ ਕਿ ਮਿਲਣ ਨਾਲ ਕੁਝ ਮਿਲਦਾ ਹੈ। ਪਰ ਹੰਕਾਰ ਪਿੱਛੇ ਮੁੜਨਾ ਨਹੀਂ ਚਾਹੁੰਦਾ। ਹੰਕਾਰ ਕਹਿੰਦਾ ਹੈ ਹੋਰ ਅੱਗੇ ਵਧੋ, ਸ਼ਾਇਦ ਮੰਜ਼ਿਲ ਥੋੜ੍ਹੀ ਦੂਰ ਹੋਵੇ, ਕੌਣ ਜਾਣਦਾ ਹੈ, 2 ਕਦਮ ਹੋਰ। ਆਸ ਦਾ ਜਾਲ ਫੈਲਦਾ ਹੀ ਜਾਂਦਾ ਹੈ। ਹੰਕਾਰ ਪਿੱਛੇ ਨਹੀਂ ਮੁੜਨ ਦਿੰਦਾ। ਆਸ ਅਗਾਂਹ ਨੂੰ ਖਿੱਚਦੀ ਹੈ। ਆਸ ਭਵਿੱਖ ਦਾ ਰਾਹ ਬਣਾਉਂਦੀ ਜਾਂਦੀ ਹੈ। ਹੰਕਾਰ ਕਹਿੰਦਾ ਹੈ ਇੰਨੇ ਟੁਰ ਆਏ ਤੇ ਹੁਣ ਤੱਕ ਇੰਨੀ ਕਮਜ਼ੋਰੀ ਕਦੇ ਮੰਨੀ ਨਹੀਂ। ਅਸੀਂ ਗਲਤ ਰਾਹ 'ਤੇ ਹਾਂ, ਹੁਣ ਕਿਵੇਂ ਮੰਨੋਗੇ? ਢੱਕ ਲਓ, ਲੁਕਾ ਲਓ, ਕਿਸੇ ਤਰ੍ਹਾਂ ਟੁਰਦੇ ਜਾਓ, ਕਦੇ ਤਾਂ ਪੂਰੀ ਤਰ੍ਹਾਂ ਸਫਲਤਾ ਮਿਲੇਗੀ। ਤੁਹਾਡੇ ਸਭ ਸਫਲ ਲੋਕਾਂ ਦੇ ਅੰਦਰ ਅਸਫਲਤਾ ਦੇ ਅੱਥਰੂ ਲੁਕੇ ਹਨ। ਉਹ ਪ੍ਰਗਟ ਨਹੀਂ ਕਰਦੇ, ਇਸ ਲਈ ਉਹਨਾਂ ਦੇ ਚਿਹਰੇ 'ਤੇ ਪ੍ਰਾਈਵੇਟ ਫੇਸਿਸ ਵੱਖਰੇ ਹਨ। ਉਹਨਾਂ ਦਾ ਚਿਹਰਾ ਜਿਹੜਾ ਉਹ ਜਨਤਾ ਨੂੰ ਵਿਖਾਉਂਦੇ ਹਨ ਉਹ ਵੱਖਰਾ ਹੈ। ਉਹਨਾਂ ਦਾ ਆਪਣਾ ਚਿਹਰਾ ਜਿਹੜਾ ਉਹ ਆਪਣੇ ਬਾਥਰੂਮ ਦੇ ਸ਼ੀਸ਼ੇ 'ਚ ਵੇਖਦੇ ਹਨ ਉਹ ਬਿਲਕੁਲ ਵੱਖਰਾ ਹੈ। ਤੁਸੀਂ ਉਹਨਾਂ ਨੂੰ ਰੋਂਦਿਆਂ ਵੇਖੋਗੇ, ਪਰ ਜਨਤਾ 'ਚ ਵੇਖੋਗੇ ਤੁਸੀਂ ਉਹਨਾਂ ਨੂੰ ਮੁਸਕਰਾਉਂਦੇ ਵੇਖੋਗੇ। ਉਹਨਾਂ ਦੀ ਮੁਸਕਰਾਹਟ ਝੂਠੀ ਹੈ। ਉਹ ਮੁਸਕਰਾਹਟ ਅੰਦਰ ਕੁਝ ਵੀ ਨਹੀਂ ਹੈ, ਕੇਵਲ ਅੱਥਰੂ ਲੁਕੇ ਹਨ। ਨਾਨਕ ਕਹਿੰਦੇ ਹਨ ਸਭ ਮਿਲ ਜਾਏ ਤਾਂ ਵੀ ਤ੍ਰਿਪਤੀ ਨਹੀਂ ਮਿਲਦੀ। ਤ੍ਰਿਪਤੀ ਤਾਂ ਤਦ ਮਿਲਦੀ ਹੈ ਜੇਕਰ ਤੁਸੀਂ ਉਹਨੂੰ ਭਾ ਜਾਓ, ਤੇ ਫਿਰ ਤਾਂ ਨੰਗੇ ਫਕੀਰ ਨੂੰ ਵੀ ਮਿਲ ਜਾਂਦੀ ਹੈ। ਜਿਹਦੇ ਕੋਲ ਕੁਝ ਨਹੀਂ ਹੈ ਉਹਨੂੰ ਵੀ ਅਸੀਂ ਆਨੰਦਿਤ ਵੇਖਿਆ, ਤੇ ਜਿਨ੍ਹਾਂ ਕੋਲ ਸਭ ਹੈ ਉਹ ਵੀ ਦੁਖੀ। ਤਾਂ ਜ਼ਰੂਰੀ ਤ੍ਰਿਪਤੀ ਦਾ ਸੂਤਰ ਕਿਤੇ ਹੋਰ ਹੈ, ਤੇ ਤੁਹਾਡੇ ਕੋਲ ਕੀ ਹੈ? ਇਹਦੇ ਨਾਲ ਉਹਦਾ ਕੋਈ ਸਬੰਧ ਨਹੀਂ। ਤੁਹਾਡਾ ਕੁਦਰਤ ਦੇ ਨਾਲ ਕੀ ਸਬੰਧ ਹੈ? ਉਹਦੇ ਨਾਲ ਉਹਦਾ ਸਬੰਧ ਹੈ। ਤੁਹਾਡੇ ਕੋਲ ਕੀ ਹੈ? ਇਹਦੇ ਨਾਲ ਫੈਸਲਾ ਨਹੀਂ ਹੁੰਦਾ ਕਿ ਤੁਸੀਂ ਤ੍ਰਿਪਤ ਹੋ। ਤੁਹਾਡੇ ਤੇ ਪਰਮਾਤਮਾ ਦੇ ਵਿਚਾਲੇ ਕੀ ਰਿਸ਼ਤਾ ਹੈ? ਉਸ ਦਿਸ਼ਾ 'ਚ ਤੁਸੀਂ ਕਿਹੋ ਜਿਹੇ ਸੂਤਰ ਬੰਨੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਤ੍ਰਿਪਤ ਹੋ ਜਾਂ ਅਤ੍ਰਿਪਤ ਹੋ। ਜੇਕਰ ਉਹਦੇ ਨਾਲ ਰਿਸ਼ਤਾ ਜੁੜ ਗਿਆ, ਜੇ ਤੁਸੀਂ ਉਹਦੇ ਵੱਲ ਸਨਮੁਖ ਹੋ ਗਏ। ਅਤੇ ਉਹੀ ਹੈ ਅਰਥ ਇਸ ਗੱਲ ਦਾ ਕਿ ਜੇਕਰ ਤੁਸੀਂ ਉਹਨੂੰ ਜੱਚ ਗਏ, ਤੁਸੀਂ ਉਹਨੂੰ ਜੱਚੇ ਹੀ ਹੋਏ ਹੋ, ਨਹੀਂ ਤਾਂ ਤੁਹਾਨੂੰ ਪੈਦਾ ਹੀ ਕਿਉਂ ਕਰੇ? ਤੁਸੀਂ ਉਹਨੂੰ ਜੱਚੇ ਹੀ ਹੋਏ ਹੋ, ਨਹੀਂ ਤਾਂ ਉਹ ਤੁਹਾਨੂੰ ਇੰਨਾ ਮੌਕਾ ਕਿਉਂ ਦਿੰਦਾ? ਤੁਸੀਂ ਉਹਨੂੰ ਜੱਚੇ ਹੀ ਹੋ, ਪਰ ਤੁਸੀਂ ਪਿੱਠ ਕਰਕੇ ਖਲੋਤੇ ਹੋ। ਜੱਚ ਜਾਣ ਦਾ ਅਰਥ ਹੈ ਜਦ ਤੁਸੀਂ ਸਨਮੁਖ ਹੋ ਜਾਂਦੇ ਹੋ, ਤੇ ਜਦ ਤੁਸੀਂ ਉਹਦੀ ਸ਼ਕਲ ਨੂੰ ਸਾਰੀਆਂ ਸ਼ਕਲਾਂ 'ਚ ਵੇਖਦੇ ਹੋ, ਤੇ ਤੁਸੀਂ ਹਰ ਥਾਂ 'ਤੇ ਉਹਦੀ ਨੇੜਤਾ ਨੂੰ ਮਹਿਸੂਸ ਕਰਦੇ ਹੋ, ਤਾਂ ਪੱਥਰ ਵੀ ਤੁਹਾਨੂੰ ਧੋਖਾ ਨਹੀਂ ਦੇ ਸਕਦਾ। ਤੁਸੀਂ ਪੱਥਰ ਵਿੱਚ ਵੀ ਉਹਨੂੰ ਹੀ ਧੜਕਦਾ ਪਾਉਂਦੇ ਹੋ। ਜਦ ਤੁਸੀਂ ਸਾਰੇ ਪਾਸੇ ਉਸੇ ਨੂੰ ਪਾਉਂਦੇ ਹੋ ਤਾਂ ਤੁਸੀਂ ਜੱਚ ਗਏ। ਨਾਨਕ ਕਹਿੰਦੇ ਹਨ ਭਾ ਗਿਆ ਤਾਂ ਮੈਂ ਤੀਰਥਾਂ 'ਤੇ ਇਸ਼ਨਾਨ ਕਰ ਲਿਆ। ਉੱਤਰੀ ਤੁਹਾਡੇ ਉੱਤੇ ਸਵਰਗ ਦੀ ਗੰਗਾ, ਇਹ ਗੰਗਾ ਜਿਹੜੀ ਹਿਮਾਲਿਆ ਤੋਂ ਵਗਦੀ ਹੈ, ਪ੍ਰਯਾਗ ਤੇ ਕਾਸ਼ੀ ਨੂੰ ਛੂਹੰਦੀ ਹੋਈ, ਉਸ ਗੰਗਾ 'ਚ ਨਹਾਉਣ ਨਾਲ ਕੁਝ ਵੀ ਨਹੀਂ ਹੋਏਗਾ। ਉਹਦੀ ਗੰਗਾ ਉਤਰਨੀ ਚਾਹੀਦੀ ਹੈ, ਉਹਨੂੰ ਜੱਚ ਜਾਣਾ ਚਾਹੀਦਾ ਹੈ। ਉਹਨੂੰ ਤੁਸੀਂ ਭਾ ਗਏ, ਸਵੀਕਾਰ ਹੋ ਗਏ। ਉਹ ਵੀ ਜੇਕਰ ਉਹਨੂੰ ਉਹਦੀ ਨਜ਼ਰ 'ਚ ਨਹੀਂ ਜੱਚਦਾ ਤਾਂ ਕੋਈ ਵੀ ਉਹਨੂੰ ਨਹੀਂ ਪੁੱਛਦਾ। ਕਿੰਨਾ ਤੁਸੀਂ ਪਾ ਲਓ, ਬੇਕਾਰ ਹੈ। ਤੁਹਾਡਾ ਸਭ ਪਾਉਣਾ ਡੂੰਘੇ ਅਰਥਾਂ 'ਚ ਗੁਆਉਣਾ ਹੈ। ਤੁਹਾਡੀ ਸਾਰੀ ਪੂੰਜੀ ਸਿਵਾਏ ਬਿਪਤਾ ਦੇ ਹੋਰ ਕੁਝ ਵੀ ਨਹੀਂ। ਇੱਕੋ ਹੀ ਪੂੰਜੀ ਹੈ, ਉਹਨੂੰ ਜੱਚ ਜਾਣਾ। ਉਹੀ ਸਾਰੀ ਤੁਹਾਡੀ ਖੋਜ ਬਣ ਜਾਂਦੀ ਹੈ। ਤਾਂ ਤੁਸੀਂ ਸੰਸਾਰ 'ਚ ਸੰਨਿਆਸੀ ਹੋ ਗਏ। ਕਰਦੇ ਤੁਸੀਂ ਸਭ ਹੋ, ਧਿਆਨ ਉਹਦਾ ਰੱਖਦੇ ਹੋ, ਸਾਰੇ ਪਾਸੇ ਤੁਸੀਂ ਘੁੰਮਦੇ ਹੋ, ਨਜ਼ਰ ਉਸ 'ਤੇ ਰੱਖਦੇ ਹੋ। ਸ਼ੂਦਰ ਬੜੇ ਛੋਟੇ ਕੰਮ 'ਚ ਲੱਗੇ ਰਹਿੰਦੇ ਹੋ, ਪਰ ਵਿਸਮਰਨ ਨਹੀਂ ਹੋਣ ਦਿੰਦੇ। ਉਹ ਤੁਹਾਡੇ ਅੰਦਰ ਹੈ। ਇਹ ਜਿਹੜਾ ਸਮਰਨ ਹੈ, ਇਹ ਜਿਹੜੀ ਸੁਰਤ ਹੈ, ਇਹ ਜਿਹੜਾ ਅਜਾਪ ਹੈ, ਹੌਲੀ 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 ਤੁਸੀਂ ਜੱਚ ਜਾਓਗੇ, ਤੁਸੀਂ ਉਹਨੂੰ ਭਾ ਜਾਓਗੇ। ਉਸ ਦਿਨ ਤੁਹਾਡੇ ਜੀਵਨ 'ਚ ਨਾਚ ਉਤਰਦਾ ਹੈ, ਉਤਸਵ ਉਤਰਦਾ ਹੈ। ਤੇ ਜਿਸ ਦਿਨ ਤੁਸੀਂ ਉਹਨੂੰ ਭਾ ਜਾਂਦੇ ਹੋ, ਉਸ ਦਿਨ ਤੁਹਾਡੇ ਕੋਲ ਕੁਝ ਵੀ ਨਹੀਂ ਹੁੰਦਾ ਤੇ ਸਭ ਕੁਝ ਹੁੰਦਾ ਹੈ। ਉਹ ਕੀਟਾਂ ਵਿੱਚ ਵੀ ਕੀਟ ਬਣਾ ਦਿੱਤਾ ਜਾਂਦਾ ਹੈ ਤੇ ਦੋਸ਼ੀ ਵੀ ਉਹਦੇ ਉੱਤੇ ਦੋਸ਼ ਮੜਨ ਲੱਗਦੇ ਹਨ। ਜਿਹੜਾ ਪਰਮਾਤਮਾ ਤੋਂ ਵਾਂਝਿਆ ਹੈ, ਸਭ ਪਾ ਲਵੇ ਤਾਂ ਵੀ ਕੀਟਾਂ ਵਿੱਚ ਕੀਟ ਬਣਾ ਦਿੱਤਾ ਜਾਂਦਾ ਹੈ।
ਨਾਨਕ ਕਹਿੰਦੇ ਹਨ ਕਿ ਉਹ ਗੁਣਹੀਣਾਂ ਨੂੰ ਗੁਣੀ ਬਣਾ ਦਿੰਦਾ ਹੈ, ਗੁਣਵਾਨਾਂ ਨੂੰ ਹੋਰ ਗੁਣ ਦਿੰਦਾ ਹੈ। ਪ੍ਰਭੂ ਦੇ ਸਿਵਾ ਹੋਰ ਕੋਈ ਨਹੀਂ ਹੈ ਜਿਹੜਾ ਗੁਣਾਂ ਦੀ ਬਖਸ਼ਿਸ਼ ਕਰ ਸਕੇ। ਪ੍ਰਭੂ ਦੇ ਸਿਵਾ ਹੋਰ ਕੋਈ ਨਹੀਂ ਹੈ ਜਿਹੜਾ ਤੁਹਾਨੂੰ ਗੁਣਾਂ ਦੀ ਬਖਸ਼ਿਸ਼ ਕਰ ਸਕੇ। ਤੁਸੀਂ ਉਹਨੂੰ ਜੇਕਰ ਭੁੱਲ ਗਏ ਤਾਂ ਸਭ ਭੁੱਲ ਗਏ। ਉਹੀ ਨਿਸ਼ਾਨ ਹੈ, ਹਰ ਪਲ ਚੇਤੇ ਰੱਖੋ, ਉਹੀ ਨਿਸ਼ਾਨ ਹੈ। ਜੇਕਰ ਤੁਹਾਡੇ ਜੀਵਨ ਦਾ ਤੀਰ ਉਸ ਤੱਕ ਨਾ ਪੁੱਜਿਆ ਤਾਂ ਕਿਤੇ ਵੀ ਪੁੱਜ ਜਾਵੇ, ਉਹ ਅਸਫਲਤਾ ਹੈ। ਇੱਕ ਹੀ ਸਫਲਤਾ ਹੈ, ਉਹ ਪਰਮਾਤਮਾ ਨੂੰ ਪਾ ਲੈਣਾ ਹੈ। ਹੋਰ ਸਾਰੀਆਂ ਅਸਫਲਤਾਵਾਂ ਹਨ। ਇੱਕੋ ਹੀ ਪ੍ਰਾਪਤੀ ਹੈ, ਉਸ ਨੂੰ ਜੱਚ ਜਾਣਾ। ਤੁਸੀਂ ਕਦੇ ਸੋਚੋ, ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ, ਤੁਸੀਂ ਜੱਚ ਜਾਂਦੇ ਹੋ। ਪ੍ਰੇਮੀ ਤੁਹਾਨੂੰ ਸਵੀਕਾਰ ਕਰ ਲੈਂਦਾ ਹੈ, ਪ੍ਰੇਮੀ ਤੁਹਾਨੂੰ ਹਿਰਦੇ ਨਾਲ ਲਾ ਲੈਂਦਾ ਹੈ। ਤਦ ਤੁਹਾਡੇ ਜੀਵਨ 'ਚ ਕਿਹੋ ਜਿਹੀ ਖੁਸ਼ੀ ਆਉਂਦੀ ਹੈ। ਤਦ ਤੁਹਾਡੇ ਪੈਰ ਜ਼ਮੀਨ 'ਤੇ ਨਹੀਂ ਹੁੰਦੇ। ਤਦ ਤੁਸੀਂ ਹਵਾ 'ਚ ਉੱਡਦੇ ਹੋ, ਜਿਵੇਂ ਤੁਹਾਨੂੰ ਖੰਭ ਲੱਗ ਜਾਂਦੇ ਹਨ ਤੇ ਕੁਝ ਅਣਜਾਣ ਘੁੰਗਰੂ ਜੀਵਨ 'ਚ ਵੱਜਣ ਲੱਗਦੇ ਹਨ, ਜਿਹੜੇ ਤੁਸੀਂ ਕਦੇ ਨਹੀਂ ਸਨ ਸੁਣੇ। ਤੁਹਾਡੇ ਚਿਹਰੇ ਦੀ ਰੌਣਕ ਬਦਲ ਜਾਂਦੀ ਹੈ, ਰੰਗ ਬਦਲ ਜਾਂਦਾ ਹੈ। ਤੁਹਾਡੀਆਂ ਅੱਖਾਂ ਕਿਸੇ ਹੋਰ ਹੀ ਗੱਲ ਦੀ ਖਬਰ ਦੇਣ ਲੱਗਦੀਆਂ ਹਨ। ਪ੍ਰੇਮ ਨੂੰ ਲੁਕਾਉਣਾ ਇਸ ਲਈ ਤਾਂ ਮੁਸ਼ਕਿਲ ਹੈ। ਤੁਸੀਂ ਸਭ ਲੁਕਾ ਲਵੋ, ਪ੍ਰੇਮ ਨੂੰ ਤੁਸੀਂ ਨਹੀਂ ਲੁਕਾ ਸਕਦੇ। ਤੁਹਾਨੂੰ ਕਿਸੇ ਨਾਲ ਪ੍ਰੇਮ ਹੋ ਗਿਆ ਤਾਂ ਉਹ ਪ੍ਰਗਟ ਹੋਏਗਾ ਹੀ। ਉਹਨੂੰ ਬਚਾਉਣ ਦਾ ਕੋਈ ਵੀ ਉਪਾਅ ਨਹੀਂ, ਕਿਉਂਕਿ ਤੁਸੀਂ ਤੁਰੋਗੇ ਹੋਰ ਢੰਗ ਨਾਲ, ਉੱਠੋਗੇ ਹੋਰ ਢੰਗ ਨਾਲ। ਤੁਹਾਡੀਆਂ ਅੱਖਾਂ ਉਹਦੀ ਖਬਰ ਦੇਣਗੀਆਂ, ਤੁਹਾਡਾ ਰੋਆਂ ਉਹਦੀ ਖਬਰ ਦੇਗਾ, ਕਿਉਂਕਿ ਪ੍ਰੇਮ ਇੱਕ ਯਾਦ ਹੈ। ਸਧਾਰਨ ਜੀਵਨ ਵਿੱਚ ਵੀ ਜੇਕਰ ਤੁਹਾਡਾ ਪ੍ਰੇਮੀ ਤੁਹਾਨੂੰ ਸਵੀਕਾਰ ਕਰ ਲਏ ਤਾਂ ਤੁਸੀਂ ਇੰਨੀ ਖੁਸ਼ੀ ਨਾਲ ਭਰ ਜਾਂਦੇ ਹੋ। ਤੁਸੀਂ ਜ਼ਰਾ ਹਿਸਾਬ ਲਓ, ਪੂਰੀ ਕੁਦਰਤ ਤੁਹਾਨੂੰ ਸਵੀਕਾਰ ਕਰ ਲਏ ਤਦ ਤੁਹਾਡੀ ਖੁਸ਼ੀ ਕਿਹੋ ਜਿਹੀ ਹੋਏਗੀ। ਪੂਰੀ ਕੁਦਰਤ ਤੁਹਾਨੂੰ ਪ੍ਰੇਮ ਕਰੇ, ਹਿਰਦੇ ਨਾਲ ਨਾ ਲਵੇ, ਜੱਫੀ ਪਾਉਣ ਵਾਲੀ ਦਸ਼ਾ ਹੋਵੇ, ਤੁਸੀਂ ਪੂਰੀ ਕੁਦਰਤ ਦੇ ਨਾਲ ਪ੍ਰੇਮ 'ਚ ਬੱਝ ਜਾਓ। ਇਹੀ ਤਾਂ ਮੀਰਾ ਕਹਿ ਰਹੀ ਹੈ ਕਿ ਕ੍ਰਿਸ਼ਨ ਕਦੋਂ ਤੁਸੀਂ ਮੇਰੀ ਸੇਜ ਉੱਤੇ ਆਓਗੇ। ਇਹ ਪ੍ਰਤੀਕ ਪ੍ਰੇਮੀ ਦੇ ਹਨ। ਮੀਰਾ ਕਹਿ ਰਹੀ ਹੈ, ਮੈਂ ਸਜਾ ਸੁਆਰ ਕੇ ਸੇਜ ਰੱਖੀ ਹੈ, ਫੁੱਲਾਂ ਨਾਲ ਤੁਹਾਡੀ ਸੇਜ ਬਣਾਈ ਹੈ। ਕਦ ਤੁਸੀਂ ਆਓਗੇ, ਕਦ ਤੁਸੀਂ ਮੈਨੂੰ ਸਵੀਕਾਰ ਕਰੋਗੇ। ਭਗਤ ਭਗਵਾਨ ਦੇ ਲਈ ਅਜਿਹਾ ਹੀ ਪਿਆਸਾ ਹੈ, ਜਿਵੇਂ ਪਿਆਰੀ ਆਪਣੇ ਪ੍ਰੀਤਮ ਵਾਸਤੇ, ਜਿਵੇਂ ਚਕੋਰ ਸਵੰਤੀ ਦੀ ਬੂੰਦ ਲਈ ਪਿਆਸਾ ਹੈ, ਪੁਕਾਰ ਰਿਹਾ ਹੈ। ਫਿਰ ਇੱਕ ਬੂੰਦ ਵੀ ਤ੍ਰਿਪਤੀ ਬਣ ਜਾਂਦੀ ਹੈ, ਇੱਕ ਬੂੰਦ ਵੀ ਮੋਤੀ ਬਣ ਜਾਂਦਾ ਹੈ। ਤੇ ਜਦ ਓਨੀ ਪੁਕਾਰ ਤੇ ਪਿਆਸ ਨਾਲ ਕੋਈ ਜਿਉਂਦਾ ਹੈ ਤਾਂ ਸਧਾਰਨ ਪਾਣੀ ਵੀ ਮੋਤੀ ਹੋ ਜਾਂਦਾ ਹੈ। ਜੇਕਰ ਓਨੀ ਪਿਆਸ ਤੇ ਪੁਕਾਰ ਹੋਵੇ ਤਾਂ ਗੁਰੂ ਦੀ ਇੱਕ ਸਿੱਖਿਆ ਹੀ ਮਾਣਕ ਬਣ ਜਾਏਗੀ। ਇੱਕ ਬੂੰਦ ਕਾਫੀ ਹੈ, ਇੱਕ ਬੂੰਦ ਸਾਗਰ ਹੋ ਜਾਏਗੀ। ਤੇ ਜਿਸ ਨੇ ਗੁਰੂ ਦੀ ਸਿੱਖਿਆ ਸਮਝ ਲਈ, ਸਿੱਖਿਆ ਹੀ ਕੀ ਹੈ? ਛੋਟਾ ਜਿਹਾ ਸੂਤਰ ਸਮਝ ਲਓ ਤਾਂ ਬਹੁਤ ਛੋਟਾ ਜਿਹਾ ਸੂਤਰ, ਨਾ ਸਮਝੋ ਤਾਂ ਅਨੰਤ ਜਨਮ ਬੀਤ ਜਾਂਦੇ ਹਨ। ਛੋਟਾ ਜਿਹਾ ਸੂਤਰ ਹੈ। ਨਾਨਕ ਕਹਿੰਦੇ ਹਨ, ਗੁਰਾਂ ਇੱਕ ਦੇਹ ਬੁਝਾਈ, ਸਾਰੀ ਪਿਆਸ ਬੁਝਾ ਦਿੰਦਾ ਇੱਕ ਗੁਰ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਕੇਵਲ ਉਸੇ ਨੂੰ ਮੈਂ ਵਿਸਮਰਨ ਨਾ ਕਰਾਂ। ਇੱਕ ਛੋਟਾ ਜਿਹਾ ਗੁਰ ਸਾਰੀ ਪਿਆਸ ਬੁਝਾ ਦਿੰਦਾ ਹੈ, ਸਾਰੀ ਤ੍ਰਿਸ਼ਨਾ ਮਿਟਾ ਦਿੰਦਾ ਹੈ, ਸਾਰੀ ਚਾਹ ਗੁਆਚ ਜਾਂਦੀ ਹੈ। ਨਾਨਕ ਕਹਿੰਦੇ ਹਨ, ਉਹ ਗੁਣਹੀਣਾਂ ਨੂੰ ਗੁਣਵਾਨ ਬਣਾ ਦਿੰਦਾ ਹੈ, ਗੁਣੀ ਬਣਾ ਦਿੰਦਾ ਹੈ। ਉਹਦੇ ਵੱਲ ਮੂੰਹ ਹੋਇਆ ਕਿ ਤੁਸੀਂ ਉਹਦੇ ਲਾਇਕ ਹੋ ਗਏ। ਲਾਇਕ ਤਾਂ ਤੁਸੀਂ ਸਦਾ ਹੀ ਸੀ, ਖਾਲੀ ਸੀ। ਉਹਦੇ ਵੱਲ ਚਿਹਰਾ ਹੋਇਆ ਕਿ ਭਰ ਗਏ। ਉਹਦੀ ਮਹਿਮਾ ਨੇ ਤੁਹਾਨੂੰ ਆ ਕੇ ਅੰਦੋਲਿਤ ਕਰ ਦਿੱਤਾ। ਤੁਹਾਡੀ ਵੀਣਾ ਤਾਂ ਸਦਾ ਹੀ ਤਿਆਰ ਸੀ, ਤੁਸੀਂ ਉਹਦੇ ਹੱਥਾਂ 'ਚ ਸੌਂਪ ਦਿੱਤੀ। ਉਹਦੀਆਂ ਉਂਗਲੀਆਂ ਨੂੰ ਛੋਹਿਆ, ਸੰਗੀਤ ਦਾ ਜਨਮ ਹੋ ਗਿਆ। ਸੰਗੀਤ ਸੁੱਤਾ ਹੋਇਆ ਸੀ, ਉਂਗਲੀਆਂ ਦੀ ਉਡੀਕ ਸੀ, ਪਰ ਤੁਸੀਂ ਆਪਣੀ ਵੀਣਾ ਉਹਦੇ ਹੱਥਾਂ 'ਚ ਸੌਂਪੇ। ਸੌਂਪੋ ਤਦ। ਉਸ ਸੌਂਪਣ ਦਾ ਨਾਮ ਹੀ ਸ਼ਰਧਾ ਹੈ, ਸੌਂਪਣ ਦਾ ਨਾਂ ਹੀ ਸ਼ਿਸ਼ਤਵ, ਚੇਲਾ ਹੋਣਾ ਹੈ, ਸਿੱਖ ਹੋ ਜਾਣਾ ਹੈ। ਸੌਂਪਣ ਦਾ ਨਾਂ ਹੀ ਸਮਰਪਣ ਹੈ। ਉਸ ਸੌਂਪਣ ਦਾ ਨਾਮ ਹੀ ਸੰਨਿਆਸ ਹੈ ਕਿ ਤੁਸੀਂ ਆਪਣੀ ਵੀਣਾ ਉਹਦੇ ਹੱਥਾਂ 'ਚ ਦੇ ਦਿਓ ਤੇ ਤੁਸੀਂ ਕਹੋ, ਜੋ ਤੇਰੀ ਮਰਜ਼ੀ, ਤੇਰੀ ਮਰਜ਼ੀ ਹੁਣ ਮੇਰਾ ਜੀਵਨ ਹੋਏਗਾ। ਮੈਂ ਤੈਨੂੰ ਯਾਦ ਰੱਖਾਂ ਇੰਨਾ ਮੇਰਾ, ਬਾਕੀ ਸਭ ਤੇਰਾ।
ਤੂੰ ਮੈਨੂੰ ਕਦੇ ਨਾ ਭੁੱਲੇ, ਇੰਨੀ ਮੇਰੀ ਮੰਗ, ਤੇ ਸਾਰੀਆਂ ਮੰਗਾਂ ਖਤਮ। ਇੱਕ ਛੋਟਾ ਜਿਹਾ ਗੁਰ। ਨਾਨਕ ਕਹਿੰਦੇ ਹਨ, ਉਹ ਗੁਣਹੀਣਾਂ ਨੂੰ ਗੁਣੀ ਬਣਾ ਦਿੰਦਾ ਹੈ ਤੇ ਗੁਣਵਾਨਾਂ ਨੂੰ ਹੋਰ ਗੁਣ ਦਿੰਦਾ ਹੈ। ਇੱਕ ਹੀ ਤਾਂ ਗੁਣ ਹੈ ਜੀਵਨ 'ਚ ਕਿ ਉਹ ਤੁਹਾਡੇ ਪਾਤਰ ਮਤਲਬ ਭਾਂਡੇ ਵਿੱਚ ਸਮਾ ਜਾਵੇ, ਭਰ ਜਾਵੇ, ਕਿ ਤੁਸੀਂ ਇਕੱਲੇ ਨਾ ਰਹੋ। ਉਹਦਾ ਸੰਗ ਸਾਥ ਹੋ ਜਾਏ ਕਿ ਤੁਸੀਂ ਇਕੱਲੇ ਨਾ ਭਟਕੋ। ਨਹੀਂ ਤਾਂ ਤੁਸੀਂ ਉਹਨੂੰ ਕਈ ਥਾਵਾਂ 'ਤੇ ਲੱਭੋਗੇ ਪਰ ਮਿਲੇਗਾ ਨਹੀਂ। ਕੋਈ ਉਹਨੂੰ ਧਨ 'ਚ ਲੱਭਦਾ ਹੈ ਕਿ ਸ਼ਾਇਦ ਕੋਈ ਸੰਗੀ ਸਾਥੀ ਮਿਲ ਜਾਏ, ਕੋਈ ਪਤਨੀ 'ਚ ਲੱਭਦਾ ਹੈ, ਕੋਈ ਪਤੀ 'ਚ ਲੱਭਦਾ ਹੈ, ਪਰ ਉਹ ਸਾਰੀ ਭਾਲ ਅਧੂਰੀ ਹੈ। ਤੁਸੀਂ ਜਦ ਤੱਕ ਉਹਨੂੰ ਸਿੱਧਾ ਨਹੀਂ ਲੱਭੋਗੇ ਤੁਸੀਂ ਉਹਨੂੰ ਨਹੀਂ ਪਾ ਸਕੋਗੇ। ਉਹਨੂੰ ਪਾਉਂਦਿਆਂ ਹੀ ਸਾਰੇ ਦੁਰਗੁਣ ਵਿਸਰ ਜਾਂਦੇ ਹਨ। ਇਸ ਲਈ ਨਾਨਕ ਤੁਹਾਨੂੰ ਨਹੀਂ ਕਹਿਣਗੇ ਕਿ ਇੱਕ ਇੱਕ ਦੁਰਗੁਣ ਨੂੰ ਮਿਟਾਓ, ਕਿਉਂਕਿ ਉਹ ਤਾਂ ਅਨੰਤ ਹਨ। ਚੋਰੀ ਛੱਡੋ, ਬੇਈਮਾਨੀ ਛੱਡੋ, ਹੱਤਿਆ ਛੱਡੋ, ਗੁੱਸਾ ਛੱਡੋ, ਕਾਮ, ਲੋਭ, ਮੋਹ, ਮਤਸਰ, ਕੀ ਛੱਡੋਗੇ? ਉਹ ਤਾਂ ਅਨੰਤ ਹਨ। ਨਾਨਕ ਤੁਹਾਨੂੰ ਨਹੀਂ ਕਹਿੰਦੇ ਕਿ ਤੁਸੀਂ ਇੱਕ ਇੱਕ ਕਰਕੇ ਲੱਛਣ ਛੱਡਣ 'ਚ ਲੱਗ ਜਾਓ। ਨਾਨਕ ਤਾਂ ਕਹਿੰਦੇ ਹਨ ਤੁਸੀਂ ਸਨਮੁਖ ਹੋ ਜਾਓ ਪਰਮਾਤਮਾ ਦੇ ਵੱਲ, ਉਹਨੂੰ ਯਾਦ ਕਰੋ, ਤੇ ਜਿਵੇਂ ਉਹ ਤੁਹਾਨੂੰ ਵੇਖੇਗਾ, ਉਹਦੀ ਨਜ਼ਰ ਤੁਹਾਡੇ ਤੇ ਪਏਗੀ, ਸਭ ਬਦਲ ਜਾਏਗਾ। ਤੁਸੀਂ ਸਵੀਕਾਰ ਹੋ ਗਏ, ਤੁਸੀਂ ਜੱਚ ਗਏ। ਗੁੱਸਾ ਆਪਣੇ ਆਪ ਖਤਮ ਹੋ ਜਾਏਗਾ, ਲੋਭ ਆਪਣੇ ਆਪ ਡਿੱਗ ਪਏਗਾ। ਜਿਸ ਨੇ ਉਹਨੂੰ ਪਾ ਲਿਆ ਉਹਦਾ ਕਿਹੋ ਜਿਹਾ ਲੋਭ, ਹੁਣ ਪਾਉਣ ਨੂੰ ਕੀ ਬਚਿਆ? ਜਿਸ ਨੇ ਉਹਨੂੰ ਪਾ ਲਿਆ ਹੁਣ ਕਿਹੋ ਜਿਹਾ ਗੁੱਸਾ, ਕੌਣ ਗੁੱਸਾ ਕਰਨ ਲਈ ਬਚਿਆ? ਜਿਸ ਨੇ ਉਹਨੂੰ ਪਾ ਲਿਆ ਹੁਣ ਕਿਹੋ ਜਿਹਾ ਕਾਮ, ਕਿਹੋ ਜਿਹੀ ਵਾਸ਼ਨਾ, ਪਰਮ ਸੰਭੋਗ ਘਟਿਤ ਹੋ ਗਿਆ। ਕੁਦਰਤ ਦੇ ਨਾਲ ਮਿਲਣਾ ਹੋ ਗਿਆ, ਆਖਰੀ ਵਿਆਹ ਹੋ ਗਿਆ। ਹੁਣ ਕਿਹੜੇ ਪ੍ਰੇਮੀ ਦੀ ਭਾਲ? ਕਬੀਰ ਕਹਿੰਦੇ ਹਨ, ਮੈਂ ਰਾਮ ਦੀ ਦੁਲਹਨੀਆਂ, ਮੈਂ ਉਹਦੀ ਵਹੁਟੀ ਹਾਂ। ਤੇ ਜਦ ਰਾਮ ਨਾਲ ਲਗਾਓ ਹੋ ਗਿਆ ਤੇ ਜਦ ਰਾਮ ਦੀ ਵਹੁਟੀ ਬਣ ਗਏ, ਹੁਣ ਕਿਹੋ ਜਿਹੀ ਕਾਮ ਵਾਸ਼ਨਾ? ਕਾਮ ਵਾਸਨਾ 'ਚ ਅਸੀਂ ਉਸੇ ਨੂੰ ਲੱਭਦੇ ਸੀ, ਗੰਦੇ ਨਦੀ ਨਾਲਿਆਂ 'ਚ ਅਸੀਂ ਉਸ ਦੀ ਹੀ ਗੰਗਾ ਨੂੰ ਲੱਭਦੇ ਸੀ, ਤ੍ਰਿਪਤ ਨਹੀਂ ਹੁੰਦੇ ਸੀ, ਕਿਉਂਕਿ ਉਸ ਗੰਦਗੀ 'ਚ ਅਸੀਂ ਤ੍ਰਿਪਤ ਨਹੀਂ ਹੋ ਸਕਾਂਗੇ। ਅਜਿਹਾ ਹੀ ਜਿਵੇਂ ਅਸੀਂ ਹੰਸ ਨੂੰ ਨਦੀ ਨਾਲੇ ਦਾ ਪਾਣੀ ਪਿਆ ਰਹੇ ਹਾਂ, ਗੰਦੇ ਨਾਲਿਆਂ ਦਾ, ਤੇ ਹੰਸ ਤ੍ਰਿਪਤ ਨਾ ਹੁੰਦਾ ਹੋਵੇ। ਉਹਨੂੰ ਮਾਨਸਰੋਵਰ ਚਾਹੀਦਾ ਹੈ। ਤੁਹਾਡਾ ਹੰਸ ਵੀ ਮਾਨਸਰੋਵਰ ਮੰਗਦਾ ਹੈ, ਸਫਟਿਕ ਬਲੌਰ ਵਰਗਾ ਨਿਰਮਲ ਪਾਣੀ ਮੰਗਦਾ ਹੈ। ਪਰਮਾਤਮਾ ਤੋਂ ਘੱਟ ਤੁਹਾਡੀ ਪਿਆਸ ਨੂੰ ਕੋਈ ਵੀ ਨਹੀਂ ਬੁਝਾ ਸਕੇਗਾ। ਤੇ ਜਿਵੇਂ ਹੀ ਤੁਸੀਂ ਉਹਦੇ ਵੱਲ ਮੁੜੇ, ਸਾਰੇ ਦੁਰਗੁਣ ਢਹਿ ਪੈਂਦੇ ਹਨ। ਤੁਸੀਂ ਗੁਣਾਂ ਨਾਲ ਭਰ ਜਾਂਦੇ ਹੋ, ਗੁਣੀਆਂ ਨੂੰ ਹੋਰ ਗੁਣ ਦਿੰਦਾ ਹੈ। ਕਹਿੰਦੇ ਹਨ, ਨਾਨਕ ਪ੍ਰਭੂ ਦੇ ਸਿਵਾਏ ਕੋਈ ਹੋਰ ਨਹੀਂ ਜਿਹੜਾ ਗੁਣ ਪ੍ਰਦਾਨ ਕਰ ਸਕੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਉਸ ਤੋਂ ਸਿਵਾਏ ਤੁਸੀਂ ਕਿਤੇ ਵੀ ਭਟਕੋ, ਤ੍ਰਿਪਤ ਨਾ ਹੋ ਸਕੋਗੇ। ਉਸ ਤੋਂ ਬਗੈਰ ਤੁਸੀਂ ਜਨਮਾਂ ਜਨਮਾਂ ਤੋਂ ਭਟਕ ਹੀ ਰਹੇ ਹੋ ਤੇ ਅਜੇ ਤੱਕ ਤੁਹਾਨੂੰ ਹੋਸ਼ ਨਹੀਂ ਆਇਆ। ਆਸ ਅਜੇ ਤੱਕ ਵੀ ਲਗਾ ਰੱਖੀ ਹੈ ਕਿ ਸ਼ਾਇਦ ਉਹਦੇ ਬਿਨਾਂ ਪੁੱਜ ਜਾਵਾਂਗੇ, ਤੇ ਹੰਕਾਰ ਪਿੱਛਾ ਕਰ ਰਿਹਾ ਹੈ ਕਿ ਇੰਨੇ ਦਿਨ ਕੀਤਾ, ਹੁਣ ਇਹਨੂੰ ਐਵੇਂ ਗਵਾ ਦੇਈਏ। ਤੁਸੀਂ ਉਸ ਤਰ੍ਹਾਂ ਦੇ ਆਦਮੀ ਹੋ ਕਿ ਇੱਕ ਆਦਮੀ ਮਕਾਨ ਬਣਾਏ ਤੇ ਮਕਾਨ ਬਹੁਤ ਕਮਜ਼ੋਰ ਹੋਏ, ਉਹਦੀ ਨੀਂਹ ਟਿਕਾਣੇ ਦੀ ਨਾ ਹੋਵੇ, ਰੇਤ ਉੱਤੇ ਰੱਖੀ ਹੋਵੇ, ਤੇ ਅਚਾਨਕ ਮਕਾਨ ਬਣਨ ਦੇ ਨੇੜੇ ਆਵੇ, ਤਦ ਕੋਈ ਕਹੇ ਕਿ ਇਸ ਮਕਾਨ ਦੇ ਅੰਦਰ ਨਾ ਜਾਣਾ, ਇਹ ਮਕਾਨ ਢਹਿ ਪਏਗਾ, ਇਹਦੇ 'ਚ ਤੁਸੀਂ ਮਰੋਗੇ। ਤਾਂ ਤੁਹਾਡਾ ਮਨ ਕਹੇਗਾ ਕਿ ਇੰਨਾ ਖਰਚਾ ਕੀਤਾ, ਇੰਨੀ ਮਿਹਨਤ ਕੀਤੀ, ਇੰਨੀ ਮੁਸ਼ਕਲ ਨਾਲ ਬਣਾਇਆ, ਕਿ ਵਰ੍ਹਿਆਂ ਦੀ ਮਿਹਨਤ ਨੂੰ ਐਵੇਂ ਹੀ ਜਾਣ ਦਈਏ। ਤੇ ਤੁਹਾਡੇ ਮਨ 'ਚ ਆਸ ਉੱਠੇਗੀ ਕਿ ਕੌਣ ਜਾਣੇ ਢਹਿ ਪਵੇ ਜਾਂ ਨਾ ਢਹਿ ਪਵੇ, ਕੌਣ ਜਾਣੇ ਵਿਸ਼ਲੇਸ਼ਣ ਗਲਤ ਹੋਣ, ਤੇ ਹੁਣ ਤੱਕ ਤਾਂ ਖਲੋਤਾ ਹੀ ਰਿਹਾ, ਤਾਂ ਕੀ ਔਕੜ ਹੈ ਕਿ ਅੱਗੇ ਵੀ ਖੜੋਤਾ ਹੀ ਰਹੇ। ਬਸ ਇਹੀ ਤੁਹਾਡੀ ਹਾਲਤ ਹੈ। ਜਿਵੇਂ ਕੋਈ ਆਦਮੀ ਰਾਹ ਤੋਂ ਭਟਕ ਜਾਏ ਤੇ ਅਸੀਂ ਉਹਨੂੰ ਦਸੀਏ ਕਿ ਤੂੰ ਰਾਹ ਪਿੱਛੇ ਛੱਡ ਆਇਆ। ਮੈਂ ਪੜ੍ਹ ਰਿਹਾ ਸੀ, ਇੱਕ ਕਵੀ ਆਪਣੀਆਂ ਯਾਦਾਂ ਲਿਖ ਰਿਹਾ ਹੈ। ਉਹਨੇ ਆਪਣੀ ਯਾਦਾਂ ਮੈਨੂੰ ਵਿਖਾਉਣ ਲਈ ਭੇਜੀਆਂ। ਉਹਦੇ 'ਚ ਇੱਕ ਯਾਦ ਮੈਨੂੰ ਸੱਚਮੁੱਚ ਪਸੰਦ ਆਈ। ਉਹਨੇ ਲਿਖਿਆ ਹੈ ਕਿ ਉਹ ਭਟਕ ਗਿਆ ਹੈ, ਹਿਮਾਲਿਆ ਦੀ ਇੱਕ ਤਰਾਈ 'ਚ ਯਾਤਰਾ ਕਰਨ ਗਿਆ, ਉਹ ਰਾਹ ਭਟਕ ਗਿਆ।
ਤਾਂ ਇੱਕ ਝੌਂਪੜੀ ਦੇ ਅੱਗੇ ਉਹਨੇ ਆਪਣੀ ਕਾਰ ਖੜੀ ਕੀਤੀ। ਇੱਕ ਇਸਤਰੀ ਨੇ ਬੂਹਾ ਖੋਲ੍ਹਿਆ ਤੇ ਉਹਨੇ ਉਹਨੂੰ ਪੁੱਛਿਆ ਕਿ ਕੀ ਮੈਂ ਠੀਕ ਰਾਹ ਉੱਤੇ ਤਾਂ ਹਾਂ? ਮੈਂ ਮਨਾਲੀ ਪੁੱਜਣਾ ਚਾਹੁੰਦਾ। ਪੁੱਜ ਜਾਵਾਂਗਾ ਨਾ? ਉਸ ਇਸਤਰੀ ਨੇ ਗੌਰ ਨਾਲ ਵੇਖਿਆ ਤੇ ਉਹਨੇ ਕਿਹਾ ਕਿ ਮੈਨੂੰ ਤਾਂ ਅਜੇ ਇਹ ਵੀ ਪਤਾ ਨਹੀਂ ਕਿ ਤੁਸੀਂ ਕਿਹੜੇ ਪਾਸੇ ਜਾ ਰਹੇ ਹੋ। ਤੁਸੀਂ ਜਾ ਕਿਹੜੇ ਪਾਸੇ ਰਹੇ ਹੋ? ਕਵੀ ਨੇ ਸੋਚਿਆ ਕਿ ਪਹਾੜੀ ਇਸਤਰੀ ਹੈ, ਜ਼ਿਆਦਾ ਸਮਝਦਾਰ ਵਿਖਾਈ ਨਹੀਂ ਦਿੰਦੀ, ਤਾਂ ਉਹਨੇ ਕਿਹਾ ਕਿ ਤੂੰ ਇੰਨਾ ਹੀ ਮੈਨੂੰ ਦੱਸ ਦੇ ਕਿ ਮੇਰੀ ਗੱਡੀ ਦੀ ਜਿਹੜੀ ਲੋਅ ਹੈ ਉਹ ਠੀਕ ਮਨਾਲੀ ਵਾਲੇ ਰਾਹ 'ਤੇ ਪੈ ਰਹੀ ਹੈ। ਉਹਨੇ ਕਿਹਾ ਇੱਕ ਲੋਅ ਜਿਹੜੀ ਲਾਲ ਹੈ ਉਹ ਪੈ ਰਹੀ ਹੈ। ਜਦ ਕੋਈ ਤੁਹਾਨੂੰ ਇਹ ਕਹੇ ਕਿ ਤੁਸੀਂ 50 ਮੀਲ ਟੁਰ ਕੇ ਆ ਗਏ, 1000 ਮੀਲ ਟੁਰ ਕੇ ਆ ਗਏ, ਤੇ ਤੁਸੀਂ ਕਿੰਨੇ ਮੀਲ ਟੁਰ ਚੁੱਕੇ ਹੋ? ਕੁਝ ਗਿਣਤੀ ਨਹੀਂ। ਅਚਾਨਕ ਕੋਈ ਕਹੇ ਕਿ ਤੁਹਾਡੀ ਲਾਲ ਲੌ ਤਾਂ ਮੰਜ਼ਿਲ ਦੇ ਵੱਲ ਪੈ ਰਹੀ ਹੈ, ਤਾਂ ਤੁਹਾਨੂੰ ਅਚਾਨਕ ਦੁੱਖ ਪੁੱਜੇਗਾ। ਇਹਦਾ ਮਤਲਬ ਹੈ ਪਿੱਛੇ ਮੁੜਨਾ ਪਏਗਾ। ਤੁਹਾਡਾ ਹੰਕਾਰ ਕਹੇਗਾ ਕਿ ਥੋੜ੍ਹੀ ਹੋਰ ਕੋਸ਼ਿਸ਼ ਕਰ ਲਓ। ਕੌਣ ਜਾਣੇ ਇਸਤਰੀ ਸਹੀ ਹੋਵੇ ਜਾਂ ਨਾ ਹੋਵੇ, ਪਾਗਲ ਹੋਵੇ, ਝੂਠ ਬੋਲਦੀ ਹੋਵੇ, ਕੁਛ ਉਹਦੀ ਗਰਜ ਹੋਵੇ, ਕੋਈ ਨਿਸ਼ਾਨਾ ਹੋਵੇ, ਭਟਕਾਉਣਾ ਚਾਹੁੰਦੀ ਹੋਵੇ, ਕੀ ਭਰੋਸਾ? ਪਿੱਛੇ ਮੁੜਨ 'ਚ ਹੰਕਾਰ ਨੂੰ ਸੱਟ ਵੱਜਦੀ ਹੈ ਕਿ ਕੀ ਮੈਂ ਇੰਨੀ ਦੇਰ ਤੱਕ ਗਲਤ ਸੀ? ਇਸ ਲਈ ਬੱਚਿਆਂ ਨੂੰ ਸਿਖਾਉਣਾ ਆਸਾਨ, ਬੁੱਢਿਆਂ ਨੂੰ ਸਿਖਾਉਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਇਹਦਾ ਮਤਲਬ ਹੈ ਕਿ ਉਹ ਤਾਂ 60 ਸਾਲ 70 ਸਾਲ ਟੁਰ ਕੇ ਪਾਰ ਕਰ ਚੁੱਕੇ, ਤਾਂ ਕਿ 70 ਸਾਲਾਂ ਤੋਂ ਗਲਤੀ ਸਨ। ਇਸ ਲਈ ਬੱਚਿਆਂ ਨੂੰ ਸਿਖਾਉਣਾ ਤਾਂ ਆਸਾਨ ਹੈ, ਕਿਉਂਕਿ ਉਹ ਟੁਰੇ ਨਹੀਂ, ਕੋਈ ਹੰਕਾਰ ਨਹੀਂ। ਜਿੱਥੇ ਟੁਰੋ ਉੱਥੇ ਟੁਰਨ ਨੂੰ ਰਾਜ਼ੀ ਹਨ। ਬੁੱਢਾ ਜਿੱਥੇ ਟੁਰੋ ਉੱਥੇ ਟੁਰਨ ਨੂੰ ਰਾਜ਼ੀ ਨਹੀਂ। ਉਹਨਾਂ ਦੇ ਪੱਕੇ ਰਾਹ ਹਨ। ਉਹ ਕਹਿੰਦਾ ਮੇਰਾ ਰਾਹ ਠੀਕ, ਕਿਉਂਕਿ ਉਹਨਾਂ ਰਾਹਾਂ 'ਤੇ ਉਹਦਾ ਹੰਕਾਰ ਪੂਰਨ ਹੈ। ਹੋਰ ਤੁਸੀਂ ਸਾਰੇ ਬੁੱਢੇ ਹੋ, ਨਾ ਮਾਲੂਮ ਕਿੰਨੇ ਜਨਮਾਂ ਤੋਂ ਟੁਰ ਰਹੇ ਹੋ। ਉਹੀ ਤਾਂ ਅੜਚਨ ਹੈ। ਇਸ ਲਈ ਛੱਡਣ ਦੀ ਹਿੰਮਤ ਵੀ ਨਹੀਂ ਹੁੰਦੀ, ਕਿਉਂਕਿ ਇੰਨੇ ਜਨਮਾਂ ਦੀ ਕੋਸ਼ਿਸ਼ ਵਿਅਰਥ ਗਈ। ਇੰਨੇ ਜਨਮਾਂ ਤੱਕ ਮੈਂ ਅਗਿਆਨੀ ਸੀ। ਇਸ ਲਈ ਤਾਂ ਗਿਆਨੀ ਦੇ ਕੋਲ ਜਾਣ ਤੋਂ ਤੁਸੀਂ ਡਰਦੇ ਹੋ। ਪੁੱਜ ਵੀ ਜਾਓ ਤਾਂ ਆਪਣੇ ਆਪ ਨੂੰ ਬਚਾਉਂਦੇ ਹੋ। 25 ਦਲੀਲਾਂ ਤੇ ਤਰਕੀਬਾਂ ਲੱਭ ਕੇ ਬਚਾਉਂਦੇ ਹੋ, ਤੇ ਕਿਤੇ ਉਹਦਾ ਮੀਂਹ ਤੁਹਾਡੇ ਉੱਤੇ ਵਾਰੀ ਨਾ ਜਾਏ। ਕਿਤੇ ਅਜਿਹਾ ਨਾ ਹੋਏ ਕਿ ਤੁਹਾਡੇ ਗਿਆਨ ਤੇ ਅਨੁਭਵ ਦਾ ਚੋਲਾ ਢਹਿ ਜਾਏ। ਅਤੇ ਧਿਆਨ ਰੱਖੋ, ਤੁਹਾਨੂੰ ਪਿੱਛੇ ਮੁੜਨਾ ਪਏਗਾ, ਕਿਉਂਕਿ ਰਾਹ ਤਾਂ ਤੁਸੀਂ ਬਹੁਤ ਪਿੱਛੇ ਛੱਡ ਆਏ ਹੋ। ਇਸ ਲਈ ਤਾਂ ਜੀਸਸ ਕਹਿੰਦੇ ਹਨ ਕਿ ਫਿਰ ਮੁੜ ਬੱਚੇ ਦੇ ਵਾਂਗ ਹੋ ਜਾਓ। ਉਹ ਪਿੱਛੇ ਮੁੜਨ ਲਈ ਕਹਿ ਰਹੇ ਹਨ ਕਿ ਕਿਰਪਾ ਕਰੋ, ਮੁੜੋ, ਰਾਹ ਪਿੱਛੇ ਛੁੱਟ ਗਿਆ। ਫਿਰ ਤੋਂ ਬੱਚੇ ਵਰਗੇ ਹੋ ਜਾਓ, ਬੁੱਧੀ ਨੂੰ ਹਟਾ ਦਿਓ ਤੇ ਬਹੁਤ ਗੁਣਾਂ ਦੀ ਵਰਖਾ ਹੋਏਗੀ। ਉਹ ਸਦਾ ਹੋਈ ਹੈ। ਨਾਨਕ ਕੁਝ ਵਧੇਰੇ ਪੜ੍ਹੇ ਲਿਖੇ ਨਹੀਂ ਹਨ, ਨਾ ਕੋਈ ਵੱਡੇ ਅਮੀਰ ਹਨ। ਸਧਾਰਨ ਘਰ 'ਚ ਜਨਮੇ ਹਨ, ਨਾ ਕੋਈ ਵੱਡੀ ਪੜ੍ਹਾਈ ਹੋਈ ਹੈ। ਪਹਿਲੇ ਦਿਨ ਹੀ ਸਬਕ ਲਿਆ ਤੇ ਬੰਦ ਹੋ ਗਿਆ, ਫਿਰ ਵੀ ਮੀਂਹ ਵਰ ਗਿਆ। ਜਦ ਨਾਨਕ ਉੱਤੇ ਵਰ ਗਿਆ, ਜਦ ਕਬੀਰ ਉੱਤੇ ਵਰ ਗਿਆ, ਤਾਂ ਤੁਹਾਡੇ ਉੱਤੇ ਕਿਉਂ ਨਾ ਵਰੇਗਾ? ਬਸ ਇੱਕ ਹੀ ਗੱਲ ਦੀ ਕਿਤੇ ਭੁੱਲ ਹੋ ਰਹੀ ਹੈ। ਉਹ ਇਹ ਕਿ ਤੁਸੀਂ ਵਿਮੁਖ ਖਲੋਤੇ ਹੋ, ਪਿੱਠ ਕਰਕੇ ਖਲੋਤੇ ਹੋ। ਇੱਕੋ ਹੀ ਗੁਰ ਨਾਲ ਸਾਰਾ ਕੁਝ ਹੱਲ ਹੋ ਜਾਂਦਾ ਹੈ ਕਿ ਸਾਰੇ ਪ੍ਰਾਣੀਆਂ ਦਾ ਇੱਕ ਦਾਤਾ ਹੈ, ਉਹਨੂੰ ਮੈਂ ਨਾ ਭੁੱਲਾਂ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅੱਜ ਇੰਨਾ ਹੀ। ਧੰਨਵਾਦ।